ਚੇਅਰ ਆਫ ਫਾਈਨੈਂਸ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਅੱਜ ਦੇ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਹ ਸਾਰੇ ਦਾ ਸਾਰਾ ਅੱਜ ਦਾ ਐਪੀਸੋਡ ਇੱਕ ਖਾਸ ਵਿਸ਼ੇ ਨੂੰ ਲੈ ਕੇ ਇੱਕ ਖਾਸ ਸਬਜੈਕਟ ਦੇ ਉੱਤੇ ਅਸੀਂ ਕੇਂਦਰਿਤ ਕਰਾਂਗੇ ਔਰ ਇਸ ਦੇ ਵਿੱਚ ਅਸੀਂ ਆਪਣੇ ਖਾਸ ਮਹਿਮਾਨ ਨਾਲ ਗੱਲਬਾਤ ਕਰਾਂਗੇ। ਦਰਅਸਲ ਜਦੋਂ ਵੀ ਵਿਰਸੇ ਦੀ, ਵਿਰਾਸਤ ਦੀ, ਆਪਣੇ ਕਲਚਰ ਦੀ, ਆਪਣੀ ਹੈਰੀਟੇਜ ਦੀ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਤਾਂ ਬੜੀ ਹੀ ਨਮੋਸ਼ੀ ਹੱਥ ਆਉਂਦੀ ਹੈ। ਬਹੁਤ ਹੀ ਅਫਸੋਸਨਾਕ ਹਾਲਤ ਹੈ। ਅਸੀਂ ਬੜੀ ਮੁਫਲਸੀ ਮਹਿਸੂਸ ਕਰਦੇ ਹਾਂ ਕਿ ਅਸੀਂ ਵਾਕਈ ਹੀ ਬਹੁਤ ਗਰੀਬ ਹਾਂ ਇਸ ਮਾਮਲੇ ਦੇ ਵਿੱਚ। ਜੇਕਰ ਸਾਨੂੰ ਕੋਈ ਪੁੱਛ ਲਵੇ ਕਿ ਆਪਣੇ ਕਲਚਰ ਬਾਰੇ ਦੱਸੋ ਤਾਂ ਅਸੀਂ ਉਸ ਨੂੰ ਕਲਚਰ ਵਲਚਰ ਹੀ ਕਹਿ ਦਿੰਦੇ ਹਾਂ। ਸਾਡੇ ਲਈ ਇਹ ਵਲਚਰ ਤੋਂ ਵੱਧ ਕੁਝ ਨਹੀਂ ਹੈ ਔਰ ਜਿਹੜਾ ਕਲਚਰ ਪੇਸ਼ ਕੀਤਾ ਜਾਂਦਾ ਉਹ ਜਿਸ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਉਹਦੇ ਲਈ ਵਲਚਰ ਲਫ਼ਜ਼ ਵੀ ਛੋਟਾ ਹੀ ਹੈ। ਪਰ ਇਸ ਸਾਰੇ ਵਾਹ ਵਰੋਲੇ ਦੇ ਵਿੱਚ ਫਿਰ ਕੁਝ ਗੰਭੀਰ ਕੋਸ਼ਿਸ਼ਾਂ ਹੁੰਦੀਆਂ ਹਨ ਔਰ ਬੜੀ ਹੀ ਇੱਕ ਤਸੱਲੀ ਦੀ ਔਰ ਖੁਸ਼ੀ ਦੀ ਗੱਲ ਹੈ ਕਿ ਵਤਨ ਅਜ਼ੀਜ਼ ਤੋਂ ਹਜ਼ਾਰਾਂ ਮੀਲ ਦੂਰ ਇੱਥੇ ਰਹਿੰਦਿਆਂ ਹੋਇਆਂ ਆਪਣੇ ਕੰਮ ਕਾਜ ਵਿੱਚ ਰੁੱਝਿਆ ਹੋਇਆਂ ਵੀ ਕੁਝ ਐਸੇ ਗਰੁੱਪ ਹਨ, ਕੁਝ ਐਸੇ ਧੜੇ ਹਨ, ਕੁਝ ਐਸੇ ਨੌਜਵਾਨ ਹਨ ਜਿਨ੍ਹਾਂ ਦੇ ਦਿਲ ਵਿੱਚ ਸਿੱਖ ਆਰਟ ਔਰ ਕਲਚਰ ਨੂੰ ਨਾ ਕੇਵਲ ਆਪਣੇ ਤੱਕ ਬਲਕਿ ਉਸ ਨੂੰ ਸ਼ੋਕੇਸ ਕਰਨ ਦੀ, ਦੂਜਿਆਂ ਤੱਕ ਵੀ ਪਹੁੰਚਾਉਣ ਦੀ ਲਾਲਸਾ, ਉਮੰਗ ਤੇ ਚਾਹਨਾ ਹੈ। ਉਸ ਸਿਲਸਿਲੇ ਦੇ ਵਿੱਚ ਇੰਟਰਨੈਸ਼ਨਲ ਸਿੱਖ ਫਿਲਮ ਫੈਸਟੀਵਲ 2014 ਸਿੱਖ ਆਰਟ ਐਂਡ ਫਿਲਮ ਫਾਊਂਡੇਸ਼ਨ ਜੋ ਅਮਰੀਕਾ ਦੀ ਸੰਸਥਾ ਹੈ ਔਰ ਜਿਹੜੇ ਇਸ ਤੋਂ ਪਹਿਲਾਂ ਵੀ ਐਸੇ ਪ੍ਰੋਗਰਾਮ ਕਰ ਚੁੱਕੇ ਹਨ, ਇਹ ਹੌਸਲਾ ਅਫਜ਼ਾਈ ਕਰਦੇ ਹਨ ਜਿਹੜੇ ਕਮਿਊਨਿਟੀ ਪ੍ਰੋਜੈਕਟਸ ਦੇ ਉੱਤੇ ਜਿਨ੍ਹਾਂ ਦੀ ਸਾਨੂੰ ਲੋੜ ਮਹਿਸੂਸ ਹੁੰਦੀ ਹੈ ਉਹਨਾਂ ਬਾਰੇ ਛੋਟੀਆਂ-ਛੋਟੀਆਂ ਫਿਲਮਾਂ ਨੂੰ ਹੌਸਲਾ ਅਫਜ਼ਾਈ ਕਰਨ, ਉਹਨੂੰ ਬਣਾਉਣ ਵਿੱਚ ਮਦਦ ਦੇਣ, ਇਮਦਾਦ ਦੇਣ, ਮਾਇਕ ਸਹਾਇਤਾ ਵੀ ਕਰਨ ਅਤੇ ਤਕਨੀਕੀ ਸਹਾਇਤਾ ਵੀ ਕਰਨ। ਇਹ ਕੰਮ ਆਰੰਭ ਵਿੱਚ ਹੈ, ਇਹ ਆਰੰਭਤਾ ਦੀ ਸਟੇਜ ਵਿੱਚ ਹੈ। ਬਹੁਤ ਕੁਝ ਹੋਣਾ ਬਾਕੀ ਹੈ ਪਰ ਕਿਸੇ ਵੀ ਵੱਡੀ ਇਮਾਰਤ ਦੇ ਲਈ ਪਹਿਲੀ ਇੱਟ ਬਹੁਤ ਮਹੱਤਵਪੂਰਨ ਹੁੰਦੀ ਹੈ ਔਰ ਇਹ ਜਿਹੜਾ ਉਪਰਾਲਾ ਆਰੰਭਿਆ ਗਿਆ ਇਹ ਸ਼ਲਾਘਾਯੋਗ ਹੈ ਔਰ ਤਾਰੀਫ ਦੇ ਲਾਇਕ ਹੈ। ਬਿਲਕੁਲ ਇਸੇ ਮਨਸ਼ਾ ਦੇ ਨਾਲ ਅਸੀਂ ਜ਼ਹਿਮਤ ਦਿੱਤੀ, ਤਕਲੀਫ ਦਿੱਤੀ। ਇਸ ਸੰਸਥਾ ਦੇ ਨਾਲ ਜੁੜੇ ਹੋਏ ਜਿਹੜੇ ਇਹਨਾਂ ਦੇ ਫਾਈਨੈਂਸ ਡਿਪਾਰਟਮੈਂਟ ਦੇ ਮੁਖੀ ਹਨ ਸਰਦਾਰ ਮਨਦੀਪ ਸਿੰਘ ਸੋਭਤੀ ਸਾਡੇ ਨਾਲ ਸਟੂਡੀਓ ਵਿੱਚ ਹਨ, ਸਾਡੇ ਵਿਸ਼ੇਸ਼ ਮਹਿਮਾਨ ਹਨ ਔਰ ਤੁਹਾਡੇ ਰੂਬਰੂ ਤੁਹਾਡੇ ਨਾਲ ਗੱਲਬਾਤ ਕਰਨਗੇ। ਸੋਭਤੀ ਜੀ ਬਹੁਤ ਬਹੁਤ ਧੰਨਵਾਦ, ਜੀ ਆਇਆਂ ਨੂੰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮਨਦੀਪ ਜੀ, ਤੁਸੀਂ, ਮੈਂ ਤੁਹਾਡੀ ਜਾਣ ਪਛਾਣ ਕਰਾਵਾਂ, ਤੁਸੀਂ ਆਪਣਾ ਤਾਰਫ ਖਾਸ ਖੁਦ ਹੀ ਕਰਾ ਦਿਓ, ਆਪਣੀ ਜਾਣ ਪਛਾਣ, ਕਿ ਤੁਸੀਂ ਆਪਣੇ ਬਾਰੇ ਕੋ ਥੋੜੇ ਦੋ ਚਾਰ ਲਫ਼ਜ਼ ਤੇ ਸੰਸਥਾ ਬਾਰੇ ਜ਼ਰੂਰ, ਤਾਂ ਕਿ ਸਾਡੇ ਦਰਸ਼ਕ ਇਹਦੇ ਬਾਰੇ ਜਾਣ ਪਹਿਚਾਣ ਹਾਸਲ ਕਰ ਲੈਣ। ਫਿਰ ਤੁਹਾਡੇ ਕੰਮ ਬਾਰੇ ਅਸੀਂ ਬਾਅਦ ਵਿੱਚ ਤਫਸੀਲ ਨਾਲ ਵਿਸਥਾਰ ਸਰ ਵਿਚਾਰ ਕਰਾਂਗੇ। ਇਸ ਤਰ੍ਹਾਂ ਕਿ ਜਿਹੜੀ ਹੈ ਸੰਸਥਾ ਸ਼ੁਰੂ ਅੱਜ ਤੋਂ 12 ਸਾਲ ਪਹਿਲੇ ਹੋਈ ਹੈ ਜੀ ਤੇ ਸਟਾਰਟ ਕਰਨ ਵਾਲੇ ਸਰਦਾਰ ਤਜਿੰਦਰ ਸਿੰਘ ਬਿੰਦਰਾ ਜਿਹੜੇ ਲੌਂਗ ਆਈਲੈਂਡ ਰਹਿੰਦੇ ਹੈਗੇ ਨੇ ਤੇ ਉਹਨਾਂ ਦਾ ਕਾਫੀ ਪੈਸ਼ਨ ਸੀ ਕਿ ਆਪਣੀ ਕਲਚਰ ਤੇ ਆਪਣੀ ਸੱਭਿਅਤਾ ਜਿਹੜੀ ਹੈਗੀ ਹੈ ਤੇ ਆਪਣੇ ਜਿਹੜੇ ਸਾਡੇ ਸਿੱਖੀ ਦੇ ਡਿਫਰੈਂਟ ਐਸਪੈਕਟ ਹੈਗੇ ਨੇ ਉਹ ਲੋਕਾਂ ਨੂੰ ਦਿਖਾਏ ਜਾਣ, ਲੋਕਾਂ ਨੂੰ ਐਜੂਕੇਟ ਕੀਤਾ ਜਾਵੇ ਕਿ ਸਿੱਖੀ ਜਿਹੜੀ ਹੈ ਕੀ ਚੀਜ਼ ਹੈਗੀ ਜੀ। ਸਿੱਖੀ, ਕਿਉਂਕਿ ਕਈ ਵਾਰੀ ਲੋਕ ਕਨਫਿਊਜ਼ ਹੋ ਜਾਂਦੇ ਨੇ ਕਿਉਂਕਿ ਜਿਸ ਵੇਲੇ ਉਹ ਸਿੱਖ ਨੂੰ ਦੇਖਦੇ ਨੇ ਤੇ ਉਹਨਾਂ ਦੇ ਦਿਮਾਗ ਦੇ ਵਿੱਚ ਕਾਫੀ ਡਿਫਰੈਂਟ ਚੀਜ਼ਾਂ ਆਉਂਦੀਆਂ ਹੈਗੀਆਂ ਨੇ। ਉਹ ਕਈ ਵਾਰੀ ਉਹ ਗੱਲ ਕਰਦੇ ਹੈਗੇ ਨੇ ਕਿ ਉਹਨਾਂ ਦੀ ਇੱਕ ਵਾਰੀ ਡਿਸਕਸ਼ਨ ਹੋ ਰਹੀ ਸੀ ਇੱਕ ਜੂਇਸ਼ ਕਮਿਊਨਿਟੀ ਦੇ ਬੰਦੇ ਦੇ ਨਾਲ ਤੇ ਉਹ ਬੰਦੇ ਨੇ ਸਵਾਲ ਪੁੱਛਿਆ, ਆਪਸ ਡਿਸਕਸ਼ਨ ਹੁੰਦਿਆਂ ਤੇ ਜਿਹਨੇ ਬੰਦੇ ਨੂੰ ਦੱਸਿਆ ਕਿ ਜਿਹੜਾ ਸਿੱਖ ਹੈ ਇਹ ਦੁਨੀਆ ਦਾ 5th ਲਾਰਜੈਸਟ ਰਿਲੀਜਨ ਹੈਗਾ ਤੇ ਉਹ ਬੰਦੇ ਦਾ ਜਵਾਬ ਉਹਨੂੰ ਸੀਗਾ ਕਿ ਮੈਨੂੰ ਤਾਂ ਪਤਾ ਹੀ ਨਹੀਂ, ਤੁਸੀਂ ਮੈਨੂੰ ਦੱਸ ਰਹੇ ਹੋ ਕਿ ਸਿੱਖ ਜਿਹੜੇ ਹੈਗੇ ਨੇ 5th ਲਾਰਜੈਸਟ ਰਿਲੀਜਨ ਹੈਗਾ ਦੁਨੀਆ ਦਾ, ਪਰ ਉਹ ਕਹਿੰਦੇ ਨੇ ਮੈਨੂੰ ਤਾਂ ਅੱਜ ਤੱਕ ਕਿਸੇ ਨੇ ਦੱਸਿਆ ਨਹੀਂ। ਮੈਂ ਤਾਂ ਇਹ ਸਮਝਦਾ ਸੀ ਕਿ ਜਿਹੜੇ ਜੂਇਸ਼ ਹੈਗੇ ਨੇ ਉਹ ਜਿਹੜੇ ਨੰਬਰ 5 ਹੈਗੇ ਨੇ ਤੇ ਗੱਲਾਂ ਕਰਾਂਦਿਆਂ ਜਿਸ ਵੇਲੇ ਅੱਗੇ ਤੱਕ ਗੱਲ ਵਧੀ ਤੇ ਤੇਜੀ ਦਾ ਰਿਸਪੌਂਸ ਸੀ ਕਿ ਹੀ ਰੀਅਲਾਈਜ਼ਡ ਕਿ ਅਸੀਂ ਜਿਹੜੀ ਐਜ਼ ਸਿੱਖਸ ਵੀ ਹੈਵ ਡਨ ਅ ਵੈਰੀ ਬੈਡ ਜੌਬ of educating people about telling ਕਿ ਵੀ ਸਿੱਖ ਕੀ ਚੀਜ਼ ਹੈਗੇ ਨੇ, ਸਾਡੀ ਕਲਚਰ ਕੀ ਹੈਗੀ ਹੈ। ਇੰਡੀਆ ਦੇ ਵਿੱਚ ਤੇ ਸਾਰਿਆਂ ਨੂੰ ਪਤਾ ਹੈਗਾ
ਹੈ ਨਾ। ਇੰਡੀਆ ਦੇ ਆਸ-ਪਾਸ ਏਸ਼ੀਆ ਦੇ ਵਿੱਚ ਵੀ ਲੋਕਾਂ ਨੂੰ ਪਤਾ ਹੈ ਸਿੱਖੀ ਕੀ ਚੀਜ਼ ਹੈਗੀ ਹੈ, ਪਰ ਬਾਹਰ ਲੋਕਾਂ ਨੂੰ ਅਸੀਂ ਐਜੂਕੇਟ ਨਹੀਂ ਕੀਤਾ ਹੈਗਾ। ਸੋ ਬੇਸਿਕਲੀ ਜੇ ਅਸੀਂ ਲੋਕਾਂ ਨੂੰ ਐਜੂਕੇਟ ਕਰਨਾ ਤੇ ਤੁਸੀਂ ਕੀ ਚੀਜ਼ ਕਰਨਾ ਚਾਹੋਗੇ, ਕਿਹੜੀ ਐਸੀ ਚੀਜ਼ ਹੈ ਜਿਹੜੀ ਤੁਸੀਂ ਕਰਦੇ ਹੋ ਜਿਹੜੇ ਦਿਮਾਗ ਦੇ ਬੰਦੇ ਦੇ ਦਿਮਾਗ ਤੇ ਐਸਾ ਛਾਪਾ ਛੋੜ ਜਾਂਦੀ ਹੈਗੀ ਹੈ ਕਿ ਬੰਦਾ ਹਮੇਸ਼ਾ ਯਾਦ ਰੱਖਦਾ ਹੈਗਾ। ਸੋ ਇਫ ਯੂ ਰੀਅਲੀ ਥਿੰਕ ਅਬਾਊਟ ਦੈਟ, ਜਾਂ ਤੇ ਬੰਦਾ ਫੋਟੋ ਦੇਖਦਾ ਤੇ ਬੰਦੇ ਨੂੰ ਫੋਟੋ ਯਾਦ ਹੁੰਦੀ ਹੈ, ਜਾਂ ਫਿਲਮਾਂ ਜਿਹੜੀਆਂ ਤੁਸੀਂ ਦੇਖਦੇ ਹੋ, ਅੱਜ ਤੋਂ ਤੁਸੀਂ 30 ਸਾਲ ਪੁਰਾਣੀ ਵੀ ਕੋਈ ਫਿਲਮ ਦੇਖੀ ਹੋਏਗੀ ਤੇ ਤੁਹਾਨੂੰ ਉਹਦੀ ਕੋਈ ਨਾ ਕੋਈ ਸਟੋਰੀ, ਕੋਈ ਨਾ ਕੋਈ ਉਹਦਾ ਵਾਕਿਆ ਜ਼ਰੂਰ ਯਾਦ ਹੋਏਗਾ। ਸੋ ਦੈਟਸ ਹੋਲ ਆਈਡੀਆ ਜਿਹੜਾ ਉਧਰੋਂ ਸ਼ੁਰੂ ਹੋਇਆ ਸਿਕਾਟ ਤੇ ਫਿਲਮ ਫੈਸਟੀਵਲ ਦਾ। ਤੇ ਅਸੀਂ ਸਿੱਖੀ ਜਿਹੜੀ ਹੈ ਡਿਫਰੈਂਟ ਸਿੱਖੀ ਦੇ ਐਸਪੈਕਟਸ ਜਿਹੜੇ ਨੇ ਸ਼ੋਕੇਸ ਕਰੀਏ, ਲੋਕਾਂ ਨੂੰ ਦੱਸੀਏ ਸਿੱਖੀ ਕੀ ਚੀਜ਼ ਕੀ ਹੈਗੀ ਹੈ। ਇਸ ਇੰਨਾ ਡਾਇਨਾਮਿਕ ਰਿਲੀਜਨ ਹੈਗਾ, ਇੰਨਾ ਜਿਹੜਾ ਹੈਗਾ ਵਧੀਆ ਸ਼ੇਅਰਿੰਗ ਕੇਅਰਿੰਗ ਦਾ ਰਿਲੀਜਨ ਹੈਗਾ, ਪਰ ਲੋਕਾਂ ਨੂੰ ਸਿੱਖੀ ਦੇ ਬਾਰੇ ਬਹੁਤ ਘੱਟ ਪਤਾ ਹੈਗਾ। ਸੋ ਦੈਟਸ ਵੇਅਰ ਦ ਹੋਲ ਕਨਸੈਪਟ ਸਟਾਰਟਡ ਤੇ 12ਵਾਂ ਸਾਲ ਹੈਗਾ। ਪਰ ਮਨਦੀਪ ਜੀ ਬੜੀ ਇੱਕ ਹੈਰਾਨੀ ਨਹੀਂ ਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਅੱਜ ਤੱਕ ਇੰਨਾ 100 ਸਾਲ ਹੋ ਗਏ, ਬਲਕਿ ਬੜੀ ਇੰਟਰਸਟਿੰਗਲੀ ਇਹ ਜਿਹੜਾ ਸਾਲ ਹੈ 2014, ਇਹ ਪਹਿਲੀ ਵਰਲਡ ਵਾਰ ਦਾ ਤੇ ਉਹਦਾ ਇਹ 100ਵਾਂ ਸਾਲ ਹੈ, ਪਹਿਲੀ ਸੈਂਚਰੀ ਹੈਗੀ, ਸੈਂਟੀਨਰੀ ਹੈਗੀ ਹੈ। ਤੇ ਉਸ ਸੈਂਟੀਨਰੀ 100 ਸਾਲ ਹੋਣ ਦੇ ਉਹਦੇ ਵਿੱਚ ਵੀ ਉਸ ਵੇਲੇ ਹਜ਼ਾਰਾਂ ਨਹੀਂ ਬਲਕਿ ਤਕਰੀਬਨ ਲੱਖ ਦੇ ਕਰੀਬ ਸਿੱਖ ਫੌਜੀ ਪੂਰੇ ਵੈਸਟਰਨ ਵਰਲਡ ਦੇ ਵਿੱਚ, ਯੂਰਪ ਵਿੱਚ, ਟਰਕੀ ਵਿੱਚ, ਸਾਰੀ ਜਗ੍ਹਾ ਦੇ ਉੱਤੇ ਆਏ ਔਰ ਉਹਨਾਂ ਨੇ ਕੰਮ ਕੀਤਾ ਔਰ ਕੁਰਬਾਨੀਆਂ ਦਿੱਤੀਆਂ। ਕੀ ਇੰਨੀ ਕੀਮਤ ਦੇ ਕੇ ਵੀ ਅਜੇ ਕੁਝ ਕਰਨਾ ਬਾਕੀ ਸੀ ਜਿਹਦੇ ਨਾਲ ਅਸੀਂ ਜਾਣ ਪਛਾਣ ਦੱਸਦੇ? ਇਹਦਾ ਮਤਲਬ ਕੀ ਅਸੀਂ ਇਹ ਤਾਂ ਨਾ ਲੈ ਲਈਏ ਕਿ ਜਿਨ੍ਹਾਂ ਦੀ ਖਾਤਰ ਅਸੀਂ ਸਾਰਾ ਕੁਝ ਕੀਤਾ, ਪੂਰੇ ਵੈਸਟਰਨ ਵਰਲਡ ਨੇ ਆਪਣਾ ਉਹਨਾਂ ਦਾ ਜਦੋਂ ਪਰਪਸ ਪੂਰਾ ਹੋ ਗਿਆ ਉਹਨਾਂ ਨੇ ਬਿਲਕੁਲ ਇਗਨੋਰ ਕਰ ਦਿੱਤਾ ਕਿ ਇਹ ਤੇ ਜਿਵੇਂ ਬੌਂਡਡ ਲੇਬਰਰਸ ਹੈਗੇ ਹੈ ਜਾਂ ਬੰਧੂਆ ਮਜ਼ਦੂਰ ਹੈਗੇ ਹੈ, ਇਹਨਾਂ ਦੇ ਬੰਦੇ ਆਏ, ਇਹਨਾਂ ਨੂੰ ਕੰਮ ਕਰਾਇਆ ਤੇ ਇਹਨਾਂ ਨੂੰ ਛੱਡ ਦਿੱਤਾ? ਕੀ ਇਸ ਤਰ੍ਹਾਂ ਦੀ ਗੱਲ ਹੈਗੀ ਹੈ? ਨਹੀਂ, ਮੈਂ ਸੋਚਦਾ ਹੈਗਾ, ਮੇਰਾ ਬਾਏ ਦ ਵੇ ਜੋ ਵੀ ਹੈਗੀ ਹੈ ਮੇਰੀ ਆਪਣੀ ਪਰਸਨਲ ਫੀਲਿੰਗ ਹੈਗੀ ਕਿ ਐਜ਼ ਸਿੱਖਸ ਆਈ ਥਿੰਕ ਵੀ ਹੈਵ ਡਨ ਅ ਵੈਰੀ ਬੈਡ ਜੌਬ ਆਫ ਕੀਪਿੰਗ ਇਨ ਟੱਚ ਵਿਦ ਮੇਨ ਸਟ੍ਰੀਮ। ਜੇ ਤੁਸੀਂ ਸੋਚੋ ਜੇ ਅੱਜ ਤੋਂ 100 ਸਾਲ ਪਹਿਲੇ ਸਿੱਖਾਂ ਦੇ ਬਾਰੇ ਲੋਕਾਂ ਨੂੰ ਪੂਰੀ ਦੁਨੀਆ ਦੇ ਵਿੱਚ ਜ਼ਿਆਦਾ ਨੌਲੇਜ ਸੀਗੀ ਬਜਾਏ ਅੱਜ ਦੇ। ਜੀ ਬਿਲਕੁਲ ਠੀਕ ਹੈ। ਪੂਰੀ ਦੁਨੀਆ ਦੇ ਵਿੱਚ ਤੁਸੀਂ ਕਿਸੇ ਕੋਨੇ ਚਲੇ ਜਾਓ, ਹਰ ਬੰਦੇ ਨੂੰ ਪਤਾ ਸੀ ਕਿ ਸਿੱਖ ਕੌਣ ਹੈਗਾ। ਤੁਸੀਂ ਜਾ ਕੇ ਪੁਰਾਣੇ ਤੁਸੀਂ ਜਾਓ, ਮੈਂ ਪਿਛਲੇ 2 ਹਫ਼ਤੇ ਪੁਰਾਣੀ ਗੱਲ ਹੈਗੀ ਹੈ, ਮੈਂ ਸੈਰਾਟੋਗਾ ਸਪ੍ਰਿੰਗ ਸੀਗਾ ਤੇ ਮੈਂ ਉੱਥੇ ਜਾ ਕੇ ਹਿਸਟੋਰੀਕਲ ਮਿਊਜ਼ੀਅਮ ਵਗੈਰਾ ਥੋੜਾ ਬਹੁਤ ਦੇਖਿਆ, ਰੇਸ ਟਰੈਕ ਵਗੈਰਾ ਦੇਖਿਓ, ਮਹਾਰਾਜਾ ਕਪੂਰਥਲਾ ਦੀ ਫੋਟੋਆਂ अर्ਲੀ 1900s ਦੀਆਂ ਕੋਈ ਵੱਡੇ ਅਮੀਰਾਂ ਦੇ ਨਾਲ, ਕੁਈਨਸ ਦੇ ਨਾਲ। ਕਿਉਂਕਿ ਦੇਖੋ ਨਾ ਉਸ ਵੇਲੇ ਸੈਰਾਟੋਗਾ ਸਪ੍ਰਿੰਗਸ ਜਿਹੜਾ ਸੀਗਾ, ਇਟ ਯੂਜ਼ਡ ਟੂ ਬੀ ਹੈਂਪਟਨਸ, ਇਟ ਯੂਜ਼ਡ ਟੂ ਬੀ ਮੈਗਨੇਟ ਆਫ ਸਭ ਤੋਂ ਅਮੀਰ ਦੁਨੀਆ ਦੇ ਬੰਦੇ ਉੱਥੇ ਰੇਸਾਂ ਖੇਡਣ ਦੇਖਣ ਆਉਂਦੇ ਸੀ, ਹੈ ਨਾ। ਉਸ ਟਾਈਮ ਦੀਆਂ ਫੋਟੋਆਂ ਮਹਾਰਾਜਾ ਕਪੂਰਥਲਾ ਦੀਆਂ, ਪੱਗ ਪਾਈ ਐਡੀ ਵੱਡੀ ਤੇ ਜਿਹੜੇ ਮਹਾਰਾਜਾ ਤੇ ਕੁਈਨਸ ਤੇ ਪ੍ਰਿੰਸੈਸ ਨਾਲ ਬੈਠੇ ਤੇ ਐਂਟਰਟੇਨ ਕਰ ਰਹੇ ਨੇ, ਤਾਂ ਦੀਆਂ ਫੋਟੋਆਂ ਲੱਗੀਆਂ ਨੇ। ਪਰ ਅੱਜ ਤੋਂ 30 ਸਾਲ ਦੀਆਂ, ਪਿਛਲੇ 40 ਸਾਲ ਦੇਖ ਲਓ, ਤੁਹਾਨੂੰ ਕਿਸੇ ਸਿੰਘ ਦੀ ਉੱਥੇ ਫੋਟੋ ਲੱਗੀ ਨਜ਼ਰ ਨਹੀਂ। ਮੈਂ ਬਸ ਇਹੀ ਕਹਿ ਰਿਹਾ ਕਿਉਂਕਿ we've done a bad job of integrating with rest of the world, ਹੈ ਨਾ। ਤੇ ਜਿਹੜੀ ਔਰ ਨਾਲ ਉਸ ਵੇਲੇ ਪਾਪੂਲੇਸ਼ਨ ਜਿਹੜੀ ਸੀ ਐਡੀ ਨਹੀਂ ਹੁੰਦੀ ਸੀ, ਤੇ ਜਿਹੜੇ ਬੰਦੇ ਹੁੰਦੇ ਸੀ ਕੁਝ ਸਰਟਨ ਲੈਵਲ ਤੇ ਉਹ ਬਹੁਤ ਜ਼ਿਆਦਾ ਨਜ਼ਰ ਆਉਂਦੇ ਸੀਗੇ। ਹੁਣ ਤੁਸੀਂ ਤਾਂ ਦੀ ਪਾਪੂਲੇਸ਼ਨ ਦੇਖੋ ਤੇ ਅੱਜ ਦੀ ਪਾਪੂਲੇਸ਼ਨ ਦੇਖੋ ਤੇ ਇੰਨੀ ਇਨਕਰੀਜ਼ ਹੋ ਚੁੱਕੀ ਹੈਗੀ ਹੈ, ਔਰ ਜਿਹੜੀ ਲਾਈਫ ਦੀ ਸਟਰਗਲ ਤੇ ਸਟ੍ਰੈਸ ਇੰਨੇ ਹੈਗੇ ਨੇ ਕਿ ਔਰ ਦੁਨੀਆ ਨਹੀਂ ਵੱਧ ਚੁੱਕੀ, ਔਰ ਇੰਨੇ ਅੱਗੇ ਬੰਦੇ ਹੋਰ ਅਸੀਂ ਆਪਣੇ ਆਪ ਨੂੰ ਅੰਦਰ ਵਾੜ ਲਿਆ, ਇੰਟਰੋਸਪੈਕਟ ਅਟੈਂਸ਼ਨ ਲੋਕਾਂ ਦੀ ਜਿਹੜੀ ਹੈ ਹੋਰ ਪਾਸੇ ਜਾ ਚੁੱਕੀ ਹੈ, ਹੋਰ ਲੋਕਾਂ ਦੇ ਹੋਰ ਬੜੀ ਜਗ੍ਹਾ ਤੇ ਅਟੈਂਸ਼ਨ ਅਟਰੈਕਟ ਹੁੰਦੀ ਹੈਗੀ ਹੈ। ਔਰ ਅਸੀਂ ਜਿਹੜੇ ਹੈਗੇ ਆ, ਯੂ ਆਰ ਰਾਈਟ ਇਨ ਸਮ ਵੇਜ਼, ਅਸੀਂ ਇੰਨੇ ਇਨਸੂਲੇਟਡ ਹੋ ਗਏ ਆ, ਇੰਟਰੋਵਰਟ ਹੋ ਗਏ ਆ ਕਿ ਅਸੀਂ ਚਾਹੁੰਦੇ ਨਹੀਂ ਕਿ ਬਾਹਰ ਜਾ ਕੇ ਅਸੀਂ ਇੰਟੀਗ੍ਰੇਟ ਕਰੀਏ ਲੋਕਾਂ ਦੇ ਨਾਲ। ਸੋ ਜਦੋਂ ਅਸੀਂ ਇਹੋ ਜਿਹੇ ਮੁਲਕ 'ਚ ਆਉਂਦੇ ਹੈਗੇ ਆ, ਸਾਡੀ ਵੀ ਜਿਹੜੀ ਹੈ ਥੋੜੀ ਜ਼ਿੰਮੇਵਾਰੀ ਬਣਦੀ ਹੈਗੀ ਹੈ ਕਿ ਅਸੀਂ ਮੇਨ ਖਾਲੀ ਹੋਰ ਸੰਸਥਾਵਾਂ ਨਾ ਜਾਂਦੇ ਰਹੀਏ, ਬੈਠੇ ਰਹੀਏ ਜਿੱਥੇ ਕਿ ਸਾਨੂੰ ਅਸੀਂ ਬਾਹਰ ਬੰਦਿਆਂ ਦੇ ਨਾਲ ਇੰਟੀਗ੍ਰੇਟ ਨਾ ਹੋਈਏ। ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਪਿਛਲੇ ਹਫਤੇ ਮੈਂ ਬਹੁਤ ਖੁਸ਼ ਹੋਇਆ ਕਿ ਸਾਡੇ ਜਿਹੜੇ ਇੱਥੇ ਕਾਫੀ ਮਾਨਯੋਗ ਬੰਦੇ ਹੈਗੇ ਨੇ ਜਿਹੜੀ ਇਸ ਚੀਜ਼ ਨੂੰ ਸਮਝਦੇ ਨੇ, ਸਰਦਾਰ ਡਾਕਟਰ ਅਵਤਾਰ ਸਿੰਘ ਟੀਨਾ ਹੋਰੀ ਡਾਕਟਰ ਟੀਨਾ ਹੋਰੀ ਨੇ ਮੈਨੂੰ 1.5-2 ਮਹੀਨਾ ਪਹਿਲੇ ਮੈਨੂੰ ਅਪਰੋਚ ਕੀਤਾ ਤੇ ਕਹਿੰਦੇ ਮਨਦੀਪ ਜੀ ਅਸੀਂ ਇਸ ਤਰ੍ਹਾਂ ਹੈ ਕਿ ਰਿਚਮੰਡ ਹਿਲ ਕੁਈਨਸ ਦੇ ਵਿੱਚ ਅਸੀਂ ਰੇਸ ਕਰਾਉਣਾ ਚਾਹੁੰਦੇ ਹਾਂ। ਤੇ ਮੈਂ ਕਿਹਾ ਜੀ ਇਸ ਤੋਂ ਜ਼ਿਆਦਾ ਵਧੀਆ ਹੋਰ ਕਿਹੜੀ ਚੀਜ਼ ਹੋ ਸਕਦੀ ਹੈ। ਆਏ ਸੀ ਅਸੀਂ ਉਹਨਾਂ ਦਾ ਇੰਟਰਵਿਊ ਟੈਲੀਕਾਸਟ ਕੀਤਾ ਤੇ ਉਹਨਾਂ ਦੀ ਮੇਰੀ ਗੱਲਬਾਤ ਹੋਈ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਕੋਈ ਬੰਦਾ ਚਾਹੀਦਾ ਹੈਗਾ, ਤੇ ਮੈਂ ਜਿਹੜੇ ਕਿਉਂਕਿ ਮੈਂ ਆਪ ਦੌੜਦਾ ਹੈਗਾ, ਮੈਂ ਉਹਨਾਂ ਨੇ 2-3 ਬੰਦੇ ਲੱਭ ਕੇ ਦਿੱਤੇ ਜਿਹੜੇ ਨਿਊਯਾਰਕ ਰੋਡ ਰਨਰ 'ਚ ਕੰਮ ਕਰਦੇ ਹੈਗੇ ਨੇ, ਤੇ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਨੇ ਪੂਰਾ ਉਹਨਾਂ ਨੂੰ ਗਾਈਡੈਂਸ ਦਿੱਤੀ ਕਿ ਰੇਸ ਕਿਸ ਤਰ੍ਹਾਂ ਹੋਣੀ ਚਾਹੀਦੀ ਹੈਗੀ ਹੈ। ਉਹਨਾਂ ਨੇ ਪੂਰੀ, ਤੇ ਉਹਨਾਂ ਨੇ ਮਨਦੀਪ, ਉਹਨਾਂ ਨੇ ਫਿਰ ਮੈਨੂੰ ਆ ਕੇ ਪੁੱਛਿਆ ਜੀ ਮਨਦੀਪ ਜੀ ਰੇਸ ਮਤਲਬ ਨਾਂ ਨੂੰ ਕੀ ਰੱਖੀਏ ਰੇਸ ਦਾ? ਮੈਂ ਕਿਹਾ ਜੀ
ਡਾਕਟਰ ਸਾਹਿਬ ਜੇ ਤੁਸੀਂ ਰੇਸ ਰੱਖ ਰਹੇ ਵਿਸਾਖੀ ਤੇ ਵਿਸਾਖੀ 5K ਤੋਂ ਵਧੀਆ ਨਾ ਕੀ ਹੋ ਸਕਦਾ ਹੈਗਾ। ਤੇ ਫਿਰ ਉਹ ਮੈਨੂੰ 3 ਹਫ਼ਤੇ ਪਹਿਲੇ ਮਿਲੇ, ਕਹਿੰਦੇ ਮਨਦੀਪ ਤੁਸੀਂ ਮੈਨੂੰ ਕਿਹਾ ਸੀਗਾ ਤੇ ਅਸੀਂ ਵਿਸਾਖੀ 5K ਨਾ ਰੱਖਤਾ ਰੇਸ ਦਾ। ਤੇ ਹੁਣ ਤੁਸੀਂ ਸੋਚੋ ਕਿ ਹੁਣ ਤੁਸੀਂ ਮੇਨ ਸਟ੍ਰੀਮ ਅਮਰੀਕਾ ਦੇ ਵਿੱਚ ਜੀ ਤੁਸੀਂ ਕੇਸਰੀ ਪੱਗਾਂ ਪਾ ਕੇ ਤੁਸੀਂ ਸੜਕਾਂ ਤੇ ਦੌੜ ਰਹੇ ਹੈਗੇ ਹੋ, ਤੁਸੀਂ ਉਹ ਕੰਮ ਕਰ ਰਹੇ ਹੋ ਜਿਹੜਾ ਹਰ ਅਮਰੀਕਨ ਕਰਦਾ ਹੈ, ਹਰ ਅਮਰੀਕਨ ਜੋਗਿੰਗ ਕਰਦਾ, ਉਹ ਇਹੋ ਜਿਹੀ ਚੀਜ਼ ਕਰ ਰਹੇ ਨੇ ਜਿਹੜੀ ਉਸ ਜਿਸ ਚੀਜ਼ ਤੁਸੀਂ ਅਸੀਂ ਸਿੱਖ ਐਜ਼ ਅ ਸਿੱਖ ਅਸੀਂ ਇਹ ਚੀਜ਼ ਕੀਤੀ ਹੈਗੀ, ਅਸੀਂ ਐਸਾ ਇਵੈਂਟ ਰੱਖਿਆ ਜਿਹੜਾ ਹਰ ਅਮਰੀਕਨ ਰਿਲੇਟ ਕਰ ਸਕਦਾ ਜੀ। ਜਦ ਤੱਕ ਇਹੋ ਜਿਹੀ ਅਸੀਂ ਚੀਜ਼ਾਂ ਹੋਰ ਨਹੀਂ ਕਰਾਂਗੇ, ਜਦੋਂ ਇਹੋ ਜਿਹੀ ਚੀਜ਼ਾਂ ਅਸੀਂ ਹੋਰ ਇੰਟੀਗ੍ਰੇਟ ਨਹੀਂ ਹੋਵਾਂਗੇ, ਲੋਕਾਂ ਨੂੰ ਸਾਡਾ ਕੀ ਪਤਾ ਲੱਗੇਗਾ ਦੱਸੋ। ਜੀ ਬਿਲਕੁਲ, ਤੁਸੀਂ ਜਿਹੜੀ ਗੱਲ ਕਹਿ ਰਹੇ ਹੋ, ਤੁਸੀਂ ਗੱਲ ਕੀਤੀ ਸੀ ਕਪੂਰਥਲਾ, ਮੈਂ ਖੁਦ ਦੇਖਿਆ ਕਪੂਰਥਲਾ ਦੇ ਵਿੱਚ ਮੂਰਿਸ਼ ਸਟਾਈਲ ਦੀਆਂ ਬਿਲਡਿੰਗਾਂ, ਮੂਰਿਸ਼ ਚਰਚ ਵੀ ਹੈਗੇ ਆ, ਉਹਨਾਂ ਨੇ ਉੱਥੇ ਦੀ ਸਾਰੀ ਉਹ ਆਰਕੀਟੈਕਚਰ ਨੂੰ ਲੈ ਕੇ ਉਹ ਸਾਰਾ ਕੁਝ ਉਹਨਾਂ ਨੇ ਕਾਪੀ ਕੀਤਾ। ਔਰ ਉਸ ਵੇਲੇ ਇੰਨਾ ਉਹਨਾਂ ਦਾ ਇੰਟਰੈਕਸ਼ਨ ਸੀ, ਕਿਉਂਕਿ ਔਰ ਸਭ ਤੋਂ ਇੰਟਰਸਟਿੰਗ ਗੱਲ, ਜੇ ਤੁਸੀਂ ਉਸ ਵੇਲੇ ਦੀਆਂ ਟ੍ਰੀਟੀਜ਼ ਦੇਖੋ, ਉਹ ਬੜੇ ਕਮਾਲ ਦੇ ਲਫ਼ਜ਼ ਹੈਗੇ ਆ। ਮੋਰ ਗਲੋਬਲ ਟ੍ਰੀਟੀਜ਼ ਦੈਨ ਟੁਡੇ। ਨਹੀਂ ਟ੍ਰੀਟੀਜ਼ ਮੈਂ ਦੱਸ ਰਿਹਾ, ਜਿਹੜੀ ਟ੍ਰੀਟੀਜ਼ ਦੇ ਵਿੱਚ ਲਫ਼ਜ਼ ਜਿਹੜੇ ਲਿਖੇ ਆ ਉਹ ਕਮਾਲ ਦੇ ਲਫ਼ਜ਼ ਹੈ। ਉਹਦੇ 'ਚ ਹੈ ਕਿ ਇਹ ਟ੍ਰੀਟੀ ਜਿਹੜੀ ਹੈ ਵਿਦ ਰਸ਼ੀਆ, ਵਿਦ ਚਾਈਨਾ, ਵਿਦ ਤਿੱਬਤ, ਵਿਦ ਹੋਰ ਇਸ ਤਰ੍ਹਾਂ ਦੇ 8-10 ਮੁਲਕਾਂ ਦੇ ਨਾਂ, ਫਰਾਂਸ, ਵਿਦ ਇਟਲੀ, ਵਿਦ ਟਰਕੀ, ਔਰ ਇੱਕ ਧਿਰ ਜਿਹੜੀ ਹੈ ਕਿੰਗ ਆਫ ਚਾਈਨਾ, ਤੇ ਦੂਜੇ ਪਾਸੇ ਜਿਹੜੀ ਦੂਜੀ ਧਿਰ ਹੈਗੀ ਹੈ ਉਹ ਤੁਸੀਂ ਹੈਰਾਨ ਹੋਵੋਗੇ, ਉਹ ਹੈਗਾ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਖਾਲਸਾ ਜੀਓ। ਸੋ ਇਹ ਸੈਕੰਡ ਪਾਰਟੀ ਹੈ, ਖਾਲਸਾ ਜੀਓ ਸੈਕੰਡ ਪਾਰਟੀ ਹੈ, ਇੰਡੀਵਿਜੂਅਲ ਨਹੀਂ ਹੈ। ਐਂਡ ਦਿਸ ਗੋਜ਼ ਟੂ ਸ਼ੋ ਯੂ ਯੈਸ ਕਿ ਸਿੱਖ ਜਿਹੜੇ ਸੀਗੇ ਹਾਂਜੀ ਅੱਜ ਤੋਂ 100 ਸਾਲ ਪਹਿਲੇ they were more accepted in mainstream world than they are today। ਜਿਹੜੀ ਚੀਜ਼ ਅਸੀਂ ਵਾਸਤੇ ਲੜ ਰਹੇ ਹੈਗੇ ਆ, ਅੱਜ ਤੋਂ 100 ਸਾਲ ਪਹਿਲੇ ਉਹ ਆਟੋਮੈਟਿਕਲੀ ਐਕਸੈਪਟਡ ਸੀ ਹਰ ਜਗ੍ਹਾ, ਹੈ ਨਾ। ਹੁਣ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ, ਜਿਸ ਤਰ੍ਹਾਂ ਤੁਸੀਂ ਟ੍ਰੀਟੀਜ਼ ਦੀ ਗੱਲ ਕੀਤੀ, ਫਰਾਂਸ ਦੀ ਗੱਲ ਕੀਤੀ, ਹੁਣ ਸੋਚੋ ਕਿ ਆਪਣੇ ਜਿਹੜਾ ਪਹਿਲਾ ਆਪਣੇ ਅਸੀਂ 3-4 ਸਾਲ ਪਹਿਲੇ ਮੂਵੀ ਬਣਾਈ ਸੀ ਦ ਫਲਾਈਂਗ ਸਿਕਸ, ਠੀਕ ਹੈ, ਤੇ ਜਿਹੜੇ ਆਪਣੇ ਐਂਬੈਸਡਰ ਸੀਗੇ ਕੈਨੇਡਾ ਦੇ, ਨਾ ਉਹਨਾਂ ਦਾ, who was the first Sikh pilot? अच्छा अपने सॉरी मेरे दिमाग चो एकदम, हाँ जी जी बड़े है ना, he applied as a Sikh जी जी to fly in Royal Air Force and he was rejected, उन्होंने रिजेक्ट कर दिया गया। उन्होंने की किया दुग्गल नहीं चलो कोई गल मैं आ जाएगा थोड़ी देर तक, है ना। ते but what he did, उन्होंने इंग्लैंड ने मना करता, उन्होंने जाके फ्रांस ਦੇ ਵਿੱਚ ਐਨਲਿਸਟ ਕਰਕੇ and he flew World War I planes in France। ਹਾਂਜੀ ਇੰਡੀਆ ਦੇ ਵਿੱਚ first person to own a plane in the world in India was ਮਹਾਰਾਜਾ ਪਟਿਆਲਾ, ਹੈ ਨਾ। ਹੁਣ ਸਿੱਖ ਜਿਹੜੇ ਸੀ ਅੱਜ ਤੋਂ 100 ਸਾਲ ਪਹਿਲੇ ਆਪਣੇ ਹਰ ਕਲਚਰ ਤੋਂ ਇੰਨੇ ਅੱਗੇ ਸੀਗੇ, ਹੈ ਨਾ। 100 ਸਾਲ ਦੇ ਵਿੱਚ ਜਿਹੜੀਆਂ ਬਾਕੀ ਕਲਚਰਸ ਨੇ ਉਹਨਾਂ ਨੇ ਇੰਨੀ ਜ਼ਿਆਦਾ ਪ੍ਰੋਗਰੈਸ ਕੀਤੀ ਹੈ, ਅਸੀਂ ਉੱਥੇ ਦੇ ਉੱਤੇ ਖੜੇ ਰਹਿ ਗਏ। ਬਿਲਕੁਲ ਬਿਲਕੁਲ, ਅਸੀਂ ਇਹਦੇ ਤੇ ਥੋੜੀ ਅੱਗੇ ਗੱਲਬਾਤ ਕਰਾਂਗੇ ਪਰ ਇੱਕ ਵਕਫੇ ਦੇ ਬਾਅਦ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਫਿਲਮਾਂ ਦੇ ਉੱਤੇ, ਫਿਲਮਾਂ ਨਹੀਂ ਸਿੱਖ ਫਿਲਮਾਂ ਦੇ ਉੱਤੇ, ਸਿੱਖ ਫਿਲਮਾਂ ਵੀ ਨਹੀਂ ਬਲਕਿ ਐਜੂਕੇਸ਼ਨਲ ਉਹਨਾਂ ਦੇ ਉੱਤੇ ਮਸਲਿਆਂ ਤੇ ਜਿਹੜੇ ਸਾਨੂੰ ਹਮੇਸ਼ਾ ਦਰਪੇਸ਼ ਹੁੰਦੇ ਹਨ, ਜਿਨ੍ਹਾਂ ਦੇ ਲਈ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਸ ਮਾਧਿਅਮ ਰਾਹੀਂ ਅਸੀਂ ਆਪਣੀਆਂ ਨਵੀਂ ਪਨੀਰੀ ਨੂੰ ਆਪਣੇ ਬਾਰੇ ਦੱਸ ਸਕੀਏ। ਇਹ ਫਿਲਮਾਂ ਆਪਣੇ ਲਈ ਔਰ ਆਪਣੇ ਬਾਰੇ ਹੈ, ਆਪਣੇ ਵੱਲੋਂ ਹੀ ਹੈ। ਸੋ ਇਸ ਦੇ ਵਿੱਚ ਮੇਰੇ ਨਾਲ ਗੱਲ ਕਰ ਰਹੇ ਹਨ ਸਿੱਖ ਆਰਟ ਐਂਡ ਫਿਲਮ ਫਾਊਂਡੇਸ਼ਨ ਦੇ ਸਰਦਾਰ ਮਨਦੀਪ ਸਿੰਘ ਸੋਭਤੀ ਸਾਹਿਬ। ਇੱਕ ਵਾਰ ਫਿਰ ਵਕਫੇ ਦੇ ਬਾਅਦ ਤੁਹਾਡਾ ਨਿੱਘਾ ਸਵਾਗਤ ਹੈ, ਜੀ ਆਇਆਂ ਨੂੰ। ਤੇ ਅਸੀਂ ਗੱਲਬਾਤ ਕਰ ਰਹੇ ਸੀਗੇ ਕਿ ਤੁਸੀਂ ਕਿਹਾ ਕਿ ਸਾਡੀ ਪਛਾਣ ਜਿਹੜੀ ਕਿ ਪਿਛਲੀ ਸਦੀ ਦੇ ਸ਼ੁਰੂ ਦੇ ਵਿੱਚ ਤਾਂ ਬਹੁਤ ਜ਼ਿਆਦਾ ਸੀ, ਪਰ ਇਸ ਸਦੀ 'ਚ ਆ ਕੇ ਖਤਮ ਹੋ ਗਈ। ਉਹਦੇ ਲਈ ਅਸੀਂ ਜ਼ਿੰਮੇਵਾਰੀ ਕਿਸ ਨੂੰ ਦਈਏ? ਆਪਣੀ ਅਣਗਹਿਲੀ ਨੂੰ ਦਈਏ, ਆਪਣੀ ਗੁਲਾਮੀ ਨੂੰ ਦਈਏ, ਮਾਨਸਿਕ ਗੁਲਾਮੀ ਨੂੰ ਦਈਏ, ਰਾਜਨੀਤਿਕ ਹਾਲਾਤਾਂ ਨੂੰ ਦਈਏ, ਕਿਸ ਨੂੰ ਦਈਏ? ਕਹਿਣਾ ਬੜਾ ਔਖਾ ਹੈ, ਇਹ ਬਿਲਕੁਲ ਇੱਕ ਵੱਖਰਾ ਹੈ। ਪਰ ਮੁੱਕਦੀ ਗੱਲ ਇਹ ਹੈ ਕਿ ਅੱਜ ਪਹਿਲੇ ਨਾਲੋਂ ਵੱਧ ਲੋੜ ਹੈ ਆਪਣੇ ਆਪ ਨੂੰ ਦੱਸਣ ਦੀ। ਪਰ ਤੁਸੀਂ ਮਹਿਸੂਸ ਨਹੀਂ ਕਰਦੇ ਜਦੋਂ ਵੀ ਕੋਈ ਸਿੱਖ ਲੰਘਦਾ ਤੇ ਲੋਕ ਬੜੇ ਹੈਰਾਨਕੁਨ ਤਰੀਕੇ ਨਾਲ ਉਹਦੇ ਵੱਲ ਵੇਖਦੇ ਆ ਔਰ ਜਾਣਨਾ ਚਾਹੁੰਦੇ ਆ ਕਿ ਇਹ ਕੌਣ ਹੈ?
ਸੋ ਇਹ ਜਿਹੜੀ ਜਿਗਿਆਸਾ ਹੈ, ਸੋ ਦੂਜਿਆਂ ਨੂੰ ਦੱਸਣ ਤੋਂ ਪਹਿਲੇ ਲੱਗਦਾ ਹੈ ਕਿ ਆਪਣੇ ਆਪ ਨੂੰ ਵੀ ਸਾਨੂੰ ਦੱਸਣਾ ਪਏਗਾ ਕਿ ਸਾਡਾ ਇਤਿਹਾਸ, ਸਾਡੀ ਹਿਸਟਰੀ ਕੀ ਹੈ। ਸੋ ਕੀ ਇਹ ਤੁਹਾਡਾ ਸਾਰਾ ਉਪਰਾਲਾ ਉਸ ਦਿਸ਼ਾ ਵੱਲ ਡਾਇਰੈਕਟਡ ਹੈ? ਦੋਨੋਂ ਅਸੀਂ ਚਾਹੁੰਦੇ ਦੋਏ ਕੰਮ ਇਹਨਾਂ ਦੇ ਨਾਲ ਕਰੀਏ। ਅਸੀਂ ਚਾਹੁੰਦੇ ਹਾਂ ਕਿ ਜਿਹੜੇ ਨਾਨ ਸਿੱਖਸ ਹੈਗੇ ਨੇ ਜੀ, ਉਹ ਵੀ ਇਹ ਜਾ ਕੇ ਫਿਲਮਾਂ ਦੇਖਣ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਸਾਡੀ ਕਲਚਰ ਕੀ ਹੈਗੀ ਹੈ, ਸਾਡੀ ਹਿਸਟਰੀ ਕੀ ਹੈ, ਸਾਡੇ ਕਰੰਟ ਹਾਲਾਤ ਕੀ ਹੈਗੇ ਨੇ ਜੀ। ਕਈ ਵਾਰੀ ਸਾਨੂੰ ਕ੍ਰਿਟਿਸਾਈਜ਼ ਵੀ ਕੀਤਾ ਜਾਂਦਾ ਹੈ ਕਿ ਜੀ ਅਸੀਂ ਸਿੱਖੀ ਦੇ ਬਾਰੇ ਬੜੀ ਨੈਗੇਟਿਵ ਚੀਜ਼ਾਂ ਦਿਖਾ ਰਹੇ ਹਾਂ ਜਾਂ ਸਾਨੂੰ ਇਦਾਂ ਦੀਆਂ ਚੀਜ਼ਾਂ ਨਹੀਂ ਦਿਖਾਣੀਆਂ ਚਾਹੀਦੀਆਂ। ਪਰ ਤੁਸੀਂ ਹਰ ਵੇਲੇ ਚੰਗੀਆਂ ਚੀਜ਼ਾਂ ਤਾਂ ਨਹੀਂ ਦਿਖਾ ਸਕਦੇ। ਹਰ ਕਲਚਰ ਦੇ ਵਿੱਚ, ਹਰ ਮਜ਼ਹਬ ਵਿੱਚ, ਹਰ ਸਟੇਟ ਵਿੱਚ, ਹਰ ਮੁਲਕ ਦੇ ਵਿੱਚ ਜੀ ਹਰ ਟਾਈਪ ਦੀਆਂ ਗੱਲਾਂ ਹੁੰਦੀਆਂ। ਜੀ ਜੀ। ਤੇ ਜੇ ਤੁਸੀਂ ਉਹ ਗੱਲਾਂ ਸ਼ੋਕੇਸ ਨਹੀਂ ਕਰੋਗੇ ਤੇ ਲੋਕ ਵੀ ਇਹ ਨਹੀਂ ਸੋਚਣਗੇ ਕਿ ਤੁਸੀਂ ਆਬਜੈਕਟਿਵਲੀ ਹਰ ਚੀਜ਼ ਦੇਖ ਰਹੇ ਹੋ, ਹੈ ਨਾ। ਤੇ ਲੋਕ ਵੀ ਹਰ ਚੀਜ਼ ਆਬਜੈਕਟਿਵਲੀ ਨਹੀਂ ਦੇਖਣਗੇ, ਹਰ ਚੀਜ਼ ਨੂੰ ਉਹ ਸਵਾਲ ਕਰਨਗੇ ਤੁਸੀਂ ਚੰਗੀਆਂ ਚੀਜ਼ਾਂ ਦਿਖਾਈ ਜਾਂਦੇ ਹੋ। ਦੂਜੀ ਗੱਲ ਜਿਹੜੀ ਹੈਗੀ ਹੈ, ਮੇਰੇ ਖਿਆਲ ਸਾਡੇ ਜੇ ਤੁਸੀਂ ਕਿਸੇ ਸਿੱਖ ਨੂੰ ਖੜਾ ਕਰ ਲਓ ਅੱਗੇ ਪਿੱਛੇ ਤੁਰਦੇ ਫਿਰਦੇ ਨੂੰ, ਤੁਸੀਂ ਬਈ ਉਹਨੂੰ ਕਹੋ ਸਿੱਖੀ ਦੇ ਬਾਰੇ ਦੱਸ, ਜਿਸ ਤਰ੍ਹਾਂ ਤੁਸੀਂ ਆਲਰੇਡੀ ਹੁਣੇ ਕਿਹਾ, ਤੇ ਉਹ ਅੱਗੇ ਪਿੱਛੇ ਦੇਖਣਾ ਸ਼ੁਰੂ ਕਰ ਦੇਗਾ। ਉਹਨੂੰ ਉਹ ਕੀ ਦੱਸਣਾ ਚਾਹੀਦਾ ਹੈ, ਕੀ ਦੱਸਣਾ ਹੈ, ਸਾਡੀ ਕੀ ਕਲਚਰ ਹੈਗੀ, ਉਹ ਅੱਧੇ ਘੰਟੇ ਵੀ ਮਤਲਬ ਵਿਸਤਾਰ ਨਾਲ ਕਿਸੇ ਨੂੰ ਦੱਸ ਨਹੀਂ ਸਕਦਾ ਹੈਗਾ। ਤੁਸੀਂ ਅੱਧਾ ਘੰਟਾ ਕਹਿੰਦੇ ਹੋ, ਮੈਨੂੰ ਯਾਦ ਹੈ ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਇੱਕ ਬੜਾ ਸੋਹਣਾ ਹਵਾਲਾ ਦਿੱਤਾ ਸੀ। ਉਹ ਕਹਿੰਦੇ ਮੈਂ ਐਮਏ ਦੇ ਵਿਦਿਆਰਥੀਆਂ ਨੂੰ ਇਤਿਹਾਸ ਪੜ੍ਹਾਉਂਦਾ ਸੀ। ਕਹਿੰਦੇ ਜਦੋਂ ਮੈਂ ਕਾਲਜ ਵਿੱਚ ਜਾਣਾ, ਕਲਾਸ ਵਿੱਚ ਜਾਣਾ, ਐਮਏ ਦੇ ਸਟੂਡੈਂਟ ਹੈ, ਤੇ ਉਹਨਾਂ ਨੂੰ ਮੈਂ ਕਹਿੰਦਾ ਸੀ ਕਿ ਤੁਸੀਂ ਗੁਰੂ ਨਾਨਕ ਦੇਵ ਜੀ ਤੋਂ ਪਹਿਲੇ ਦੇ 5 ਪੰਜਾਬੀਆਂ ਦੇ ਨਾਂ ਦੱਸੋ, 10 ਪੰਜਾਬੀਆਂ ਦੇ ਨਾਂ ਦੱਸੋ। ਉਹ 1 ਜਾਂ 2 ਜਾਂ 3 ਕਹਿ ਕੇ ਚੁੱਪ ਕਰ ਜਾਂਦੇ ਸੀ। ਤੇ ਜੇ ਮੈਂ ਉਹਨਾਂ ਨੂੰ ਕਹਾਂ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਦੇ 10 ਪੰਜਾਬੀਆਂ ਦੇ ਨਾਂ ਦੱਸੋ, ਤੇ ਉਹ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ 10 ਗੁਰੂ ਸਾਹਿਬਾਨ ਦੇ ਨਾਂ ਗਿਣਾ ਦਿੰਦੇ ਸੀ। ਆਖਰ ਪੰਜਾਬ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈ, ਇਤਨਾ ਗਜ਼ਬ ਦਾ ਇਤਿਹਾਸ ਹੈ। ਇਹਨਾਂ ਨੇ, ਪੰਜਾਬੀਆਂ ਨੇ ਖੰਡਾ ਖੜਕਾਇਆ, ਸਭ ਕੁਝ ਕੀਤਾ। ਪਰ ਇਹ ਕਮਾਲ ਦੀ ਗੱਲ ਸੀ ਕਿ ਜਿਹੜਾ ਗੁਰੂ ਨਾਨਕ ਦੇਵ ਜੀ ਤੋਂ ਇਤਿਹਾਸ ਦੇ ਵਿੱਚ ਤਬਦੀਲੀ ਆਈ, ਉਸਨੇ ਪਿਛਲੇ ਇਤਿਹਾਸ ਨੂੰ ਖਤਮ ਨਹੀਂ ਕੀਤਾ, ਬਲਕਿ ਜਿਵੇਂ ਸੂਰਜ ਨਿਕਲਦਾ ਹੈ, ਤੇ ਜਿਵੇਂ ਭਾਈ ਗੁਰਦਾਸ ਕਹਿੰਦੇ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਤਾਰੇ ਬੜੇ ਵਿਸ਼ਾਲ ਹੁੰਦੇ ਆ, ਉਹਨਾਂ ਦੀ ਫਿਲਾਸਫੀ ਬੜੀ ਵਿਸ਼ਾਲ ਹੁੰਦੀ ਹੈ, ਪਰ ਸਿੱਖ ਇਤਿਹਾਸ ਜਿਹੜਾ ਸੂਰਜ ਸੀ, ਸਾਡਾ ਕੰਮ ਉਹਦੇ ਨਾਲ ਸਰਨਾ ਸੀ। ਪਰ ਇਹ ਸਾਡੀ ਬਦਕਿਸਮਤੀ ਰਹੀ ਕਿ ਅਸੀਂ ਆਪਣੇ ਆਪ ਨੂੰ ਵੀ ਨਹੀਂ ਜਾਣ ਸਕੇ, ਅਸੀਂ ਆਪਣੇ ਆਪ ਨੂੰ ਨਹੀਂ ਪਛਾਣ ਸਕੇ। ਇਹ ਬਦਕਿਸਮਤੀ ਹੈਗੀ ਹੈ, ਨਾਲ ਆਈ ਥਿੰਕ ਕਾਫੀ ਹੋਰ ਫੈਕਟਰਸ ਜਿਹੜੇ ਪਲੇ ਕਰਦੇ ਹੈਗੇ ਨੇ ਜੀ। ਆਈ ਮੀਨ ਜੇ ਤੁਸੀਂ ਅੱਜ ਤੋਂ 25-30 ਸਾਲ ਪੁਰਾਣੇ, 25-30 ਸਾਲ ਜਾਂ 40, ਜੇ ਸਾਡੇ ਤੋਂ ਪਹਿਲੀ ਜਨਰੇਸ਼ਨ ਹੈਗੀ ਹੈ, ਕਿਉਂਕਿ ਜਨਰੇਸ਼ਨ ਕਿੱਦਾਂ ਗਿਣੀ ਜਾਂਦੀ ਹੈ, ਬੇਸਿਕਲੀ ਜਦੋਂ ਤੋਂ ਇੱਕ ਬੱਚੀ ਪੈਦਾ ਹੁੰਦੀ ਹੈ ਔਰ ਜਦੋਂ ਤੋਂ ਅੱਗੇ ਇੱਕ ਹੋਰ ਬੱਚੀ ਨੂੰ ਜਨਮ ਦਿੰਦੀ ਹੈ, ਦੈਟਸ ਕਾਲਡ ਵਨ ਜਨਰੇਸ਼ਨ। ਤੇ ਅਮਰੀਕਨ ਜਿਹੜੀ ਹੈ ਵੈਸਟਰਨ ਸਿਵਲਾਈਜੇਸ਼ਨ ਦੇ ਵਿੱਚ ਇੱਕ ਜਨਰੇਸ਼ਨ 28-29 ਸਾਲ ਗਿਣਿਆ ਜਾਂਦਾ ਹੈਗਾ, ਹੈ ਨਾ। ਤੇ ਮੈਂ 28-29 ਸਾਲ ਤੱਕ ਦੀ ਗੱਲ ਨਹੀਂ ਕਰਦਾ, ਮੈਂ ਕਹਿੰਦਾ ਜਿਹੜੀ ਸਾਡੇ ਤੋਂ ਪਹਿਲੀ ਜਨਰੇਸ਼ਨ ਹੈ, ਬੇਸਿਕਲੀ ਜਿਹੜੇ ਬੰਦੇ 20s 30s 40s 50s 60s ਦੇ ਵਿੱਚ 70s ਦੇ ਵਿੱਚ ਜਿਹੜੇ ਪੈਦਾ ਹੋਏ ਸੀ, ਸਭ ਤੋਂ ਮੋਸਟ ਇੰਪੋਰਟੈਂਟ ਫੈਕਟਰ ਹੁੰਦਾ ਸੀ ਹਰ ਘਰ ਦੇ ਵਿੱਚ ਕਿ ਮੈਂ ਸਿੱਖੀ ਦੇ ਬਾਰੇ ਜ਼ਰੂਰ ਕੁਝ ਨਾ ਕੁਝ ਪੜ੍ਹਾਈ ਹੁੰਦੀ ਸੀ, ਕੁਝ ਪੜ੍ਹਾਇਆ ਜਾਂਦਾ ਸੀਗਾ, ਕਲਚਰ ਦੇ ਬਾਰੇ ਪੜ੍ਹਾਇਆ ਜਾਂਦਾ ਸੀਗਾ, ਹੈ ਨਾ। ਹੁਣ ਕੀ ਆ, ਹੁਣ ਇੰਗਲਿਸ਼, ਹਿੰਦੀ, ਮੈਥ, ਸਾਇੰਸ ਉਹ ਜ਼ਿਆਦਾ ਜ਼ਰੂਰੀ ਹੋ ਗਿਆ, ਹੈ ਨਾ। ਤੇ ਰਿਲੀਜੀਅਸ ਸਟੱਡੀ ਜਿਹੜੀ ਹੈ ਉਹ ਘੱਟ ਜ਼ਰੂਰੀ ਹੋ ਗਈ ਹੈ। ਜੀ ਜੀ। ਪਹਿਲੇ ਹਰ ਸੈਟਰਡੇ ਸੰਡੇ ਬੱਚਿਆਂ ਨੂੰ ਬੈਠ ਕੇ ਕੋਈ ਨਾ ਕੋਈ ਬਜ਼ੁਰਗ ਘਰ ਦੇ ਵਿੱਚ ਹੁੰਦਾ ਸੀ, ਕੋਈ ਸਾਖੀਆਂ ਗੁਰੂਆਂ ਦੀਆਂ ਸੁਣਾਉਂਦਾ ਸੀਗਾ, ਕੋਈ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਜਿਹੜੀਆਂ ਹੁੰਦੀਆਂ ਸੀ ਸੁਣਾਉਂਦਾ ਸੀ। ਉਹ ਅਣਗਿਣਤ ਜਿਹੜੀਆਂ ਸਾਖੀਆਂ ਤੇ ਉਹ ਜਿਹੜੀ ਹੈ ਵਾਰਦਾਤ ਜਿਹੜੀ ਹੈ, ਹਰ ਰਾਤੀ ਨਵੀਂ ਵਾਰਦਾਤ ਸ਼ੁਰੂ ਹੁੰਦੀ ਸੀਗੀ। ਮੈਨੂੰ ਯਾਦ ਹੈ ਜਿਸ ਵੇਲੇ ਅਸੀਂ ਛੋਟੇ ਹੁੰਦੇ ਸੀ ਤੇ ਅਸੀਂ ਆਪਣੀ ਦਾਦੀ ਨਾਲ ਰਹਿੰਦੇ ਸੀ, ਤੇ ਪਹਿਲਾਂ ਦੀ ਗੱਲ ਉਹ ਜਿਹੜੇ ਆ ਉਹ ਸਵੇਰੇ ਪਾਠ ਕਰਨਾ ਸ਼ੁਰੂ ਕਰਦੇ ਸੀ ਤੇ ਰਾਤ ਤੱਕ ਪਾਠ ਕਰਦੇ ਸੀ, ਤੇ ਅੱਧੇ ਪਾਠ ਤੇ ਸਾਨੂੰ ਉਹਨਾਂ ਨੇ ਸੁਣ ਕੇ ਰੱਟ ਗਏ, ਹੈ ਨਾ। ਤੇ ਫਿਰ ਜਦੋਂ ਰਾਤ ਸੌਣ ਦਾ ਟਾਈਮ ਹੁੰਦਾ ਸੀ, ਸਾਡੇ ਵਾਸਤੇ ਉਹ ਬੈਸਟ ਟਾਈਮ ਹੁੰਦਾ ਸੀ। ਕਿਉਂਕਿ ਉਹ ਦੋ ਪਲੰਗ ਹੁੰਦੇ ਸੀ, ਤੇ ਇੱਕ ਪਲੰਗ ਤੇ ਮੈਂ ਤੇ ਮੇਰਾ ਬ੍ਰਦਰ ਸੌਂਦੇ ਸੀ, ਤੇ ਦੂਜੇ ਤੇ ਸਾਡੀ ਦਾਦੀ। ਤੇ ਉਹ ਅਸੀਂ ਰਾਤੀ 9:30-10 ਵਜੇ ਬਿਸਤਰ ਤੇ ਸੋਣਾ, ਤੇ 11:30-12 ਵਜੇ ਤੱਕ ਅਸੀਂ ਦਾਦੀ ਨੇ ਆਪਣੇ ਕਹਿਣਾ, ਓਕੇ ਬੀਜੀ ਫਿਰ ਕਿਹੜੀ ਅੱਜ ਸਾਖੀ ਸੁਣਾਓਗੇ। ਤੇ ਉਹ ਸਾਖੀਆਂ ਸੁਣਾਏ ਜਾਂਦੇ ਸੀ, ਸੁਣਾਉਂਦੇ ਉਹ ਸਾਖੀਆਂ ਸੁਣਾਉਂਦੇ ਅਸੀਂ ਸੋ ਜਾਣਾ। ਪਰ ਉਹ ਸਾਰੀਆਂ ਸਾਖੀਆਂ ਸਾਨੂੰ ਜਿਹੜੀਆਂ ਯਾਦ ਹੋ ਗਈਆਂ, ਸਾਨੂੰ ਪਤਾ ਲੱਗਿਆ ਗੁਰੂਆਂ ਦੇ ਬਾਰੇ। ਦੈਟ ਨਾਟ ਓਨਲੀ ਟੀਚਿਸ ਯੂ ਜਿਹੜੀ ਆਪਣੀ ਸਿੱਖੀ ਦੇ ਬਾਰੇ,
ਬਟ ਉਹ ਪ੍ਰਾਈਡ ਇਨਸਟਿਲ ਕਰਦਾ ਹੈਗਾ। ਬਲਕਿ ਜਿਹੜੀ ਤੁਸੀਂ ਗੱਲ ਕੀਤੀ ਨਾ ਕਿ ਬਚਪਨ ਸੁਣੀ, ਮੈਨੂੰ ਯਾਦ ਆਈ ਫਿਰ ਗੱਲ ਉਹ ਭਾਈ ਜੋਤ ਸਿੰਘ, ਜਿਹੜੇ ਪ੍ਰੋਫੈਸਰ ਭਾਈ ਜੋਤ ਸਿੰਘ, ਉਹਨਾਂ ਨੇ ਬੜੀ ਸੋਹਣੀ ਗੱਲ ਕਹੀ। ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਭਾਈ ਸਾਹਿਬ, ਬੱਚੇ ਨੂੰ, ਕਿਸੇ ਵਿਅਕਤੀ ਨੂੰ, ਕਿਸੇ ਬੰਦੇ ਨੂੰ ਧਰਮ ਦੀ ਸਿੱਖਿਆ ਕਿਹੜੀ ਉਮਰ 'ਚ ਦੇਣੀ ਚਾਹੀਦੀ ਹੈ? ਉਹਨਾਂ ਨੇ ਕਿਹਾ ਉਸ ਦੇ ਜਨਮ ਤੋਂ 20 ਸਾਲ ਪਹਿਲੇ। ਬਿਲਕੁਲ, ਯਾਨੀ ਉਹ ਟਾਈਮ ਹੈ। ਪਰ ਇੱਕ ਜਿਹੜੀ ਚੀਜ਼ ਅਗਰ ਸਾਡੇ ਕੋਲ ਨਹੀਂ, ਅਸੀਂ ਅੱਗੋਂ ਕੀ ਦਿਆਂਗੇ? ਹੁਣ ਜਿਹੜੇ ਨਵੇਂ ਬੱਚਿਆਂ ਕੋਲ ਨਹੀਂ, ਅੱਗੋਂ ਕੀ ਦੇਣਗੇ? ਇਹਦਾ ਮਤਲਬ ਹੈ ਜ਼ਿੰਮੇਵਾਰੀ ਬਹੁਤ ਵੱਧ ਗਈ, ਪਹਿਲੇ ਨਾਲੋਂ ਜ਼ਿਆਦਾ ਵੱਧ ਗਈ, ਔਰ ਜਿਹੜੀ ਨੌਲੇਜ ਹੈ ਉਹ ਘਟ ਗਈ ਹੈ। ਨੌਲੇਜ ਜਿਹੜੀ ਐਕਚੁਅਲ ਜਿਹੜੀ ਨੌਲੇਜ, ਜਿਹੜੀ ਡੀਪ, ਜਿਹੜੀ ਡੂੰਗੀ ਨੌਲੇਜ ਜਿਹੜੀ ਹੈਗੀ, ਜਿਹੜੀ ਸਾਖੀਆਂ ਚਾਹੁੰਦੀ ਹੈਗੀ ਹੈ, ਜਿਹੜੀ ਤੁਸੀਂ ਵੱਡਿਆਂ ਨੂੰ ਪਾਠ ਕਰਦੇ ਆ ਸੁਣਦੇ, ਉਹ ਨੌਲੇਜ ਜਿਹੜੀ ਘਟਦੀ ਜਾ ਰਹੀ ਹੈਗੀ ਤੇ ਪਰ ਮਨਦੀਪ ਜੀ, ਇੱਕ ਮੈਂ ਹੁਣ ਥੋੜਾ ਜਿਹਾ ਔਖਾ ਜਿਹੜਾ ਸਬਜੈਕਟ ਇਹਦੇ 'ਚ ਹੈਗਾ ਕਿ ਜਿਹੜਾ ਇੱਕ ਮਾਧਿਅਮ ਹੈ ਫਿਲਮ ਵੀ, ਇਸ ਤੋਂ ਪਹਿਲੇ ਕੀ ਸੀ? ਲਿਖਤੀ ਸੀ, ਬੋਲ ਕੇ ਸੀ, ਕਥਾ ਸੀ, ਵਿਖਿਆਨ ਸੀ, ਲੈਕਚਰ ਸੀ, ਕਿਸੇ ਨਾਲ ਗੱਲਬਾਤ ਕਰਕੇ ਸੀਗਾ। ਫਿਲਮਾਂ ਦੇ ਤੋਂ ਇੱਕ ਬੜੀ ਹਕਾਰਤ ਔਰ ਨਫ਼ਰਤ ਦੀ ਨਜ਼ਰ ਨਾਲ ਵੇਖਿਆ ਜਾਂਦਾ ਸੀ। ਮੈਨੂੰ ਯਾਦ ਹੈ ਗਿਆਨੀ ਮਾਨ ਸਿੰਘ ਚੌਰ ਕਥਾ ਕਰਦੇ ਸੀ, ਉਹ ਕਹਿੰਦੇ ਕਿ ਭਾਈ ਮੈਂ ਤੁਹਾਨੂੰ 100 ਮੁੰਡਾ ਕੁੜੀ ਲਿਆ ਕੇ ਦੇਵਾਂਗਾ, ਜਿਹੜਾ ਬਿਆਨ ਦੇਗਾ ਕਿ ਫਲਾਣੀ ਬਦਮਾਸ਼ੀ, ਫਲਾਣਾ ਡਾਕਾ, ਫਲਾਣਾ ਗਲਤ ਕੰਮ ਮੈਂ ਫਲਾਣੀ ਫਿਲਮ ਦੇਖ ਕੇ ਕੀਤਾ, ਤੇ ਤੁਸੀਂ ਮੈਨੂੰ ਇੱਕ ਬੰਦਾ ਲਿਆ ਦਿਓ ਜਿਹੜਾ ਕਹੇ ਜੀ ਮੈਂ ਫਲਾਣੀ ਫਿਲਮ ਦੇਖੀ ਤੇ ਮੈਂ ਸੰਤ ਬਣ ਗਿਆ। ਸੋ ਫਿਲਮਾਂ ਦਾ ਜਿਹੜਾ ਜਨਰਲ ਇੰਪ੍ਰੈਸ਼ਨ ਇਹ ਹੁੰਦਾ ਸੀ, ਈਵਨ ਮੈਂ ਸੰਤ ਕਰਤਾਰ ਸਿੰਘ ਭਿੰਡਰਾਂ ਵਾਲਿਆਂ ਦਾ ਵੀ ਉਹਨਾਂ ਨੇ ਖੁਦ ਸੁਣਿਆ, ਉਹ ਕਹਿੰਦੇ ਸੀ ਮੈਂ BA 'ਚ ਪੜ੍ਹਦਾ ਸੀ ਤੇ ਮੈਨੂੰ ਘਰ ਦੇ ਸਾਰੇ ਦੋਸਤ ਕਹਿਣ ਲੱਗੇ ਚੱਲ ਇੱਕ ਫਿਲਮ ਦੇਖਣ ਚੱਲੀਏ। ਮੈਂ ਕਿਹਾ ਮੈਂ ਨਹੀਂ ਜਾਂਦਾ, ਮੈਂ ਸਿਨੇਮਾ ਹਾਲ 'ਚ ਨਹੀਂ ਜਾਣਾ। ਉਹ ਮੈਨੂੰ ਖਿੱਚ ਕੇ ਧੱਕੇ ਨਾਲ ਲੈ ਗਏ। ਕਹਿੰਦੇ ਪਰ ਮੈਂ ਗਿਆ ਤਾਂ, ਕਹਿੰਦੇ ਮੈਂ BA 'ਚ ਪੜ੍ਹਦਾ ਸੀ, ਮੈਂ ਕੰਬਲ ਲੈ ਕੇ ਮੂੰਹ ਸਿਰ ਲਪੇਟ ਕੇ ਤੇ ਗਿਆ, ਪਰ ਕਹਿੰਦੇ ਮੈਂ 5 ਮਿੰਟ ਨਹੀਂ ਬੈਠ ਸਕਿਆ, ਮੈਂ ਉੱਠ ਕੇ ਵਾਪਸ ਆ ਗਿਆ। ਔਰ ਉਸ ਤੋਂ ਮੈਂ ਨਿਸ਼ਚਾ ਕੀਤਾ ਕਿ ਹੁਣ ਬਿਲਕੁਲ ਨਹੀਂ ਜਾਣਾ। ਸੋ ਇਹ ਜਿਹੜਾ ਫਿਲਮਾਂ ਆਮ ਜਿਹੜਾ ਇੰਪ੍ਰੈਸ਼ਨ ਸੀ ਇਸ ਮਾਧਿਅਮ ਬਾਰੇ, ਤੇ ਤੁਸੀਂ ਉਸੇ ਜੇ ਇੱਕ ਲਫ਼ਜ਼ ਕੇ ਬਦਨਾਮ ਮਾਧਿਅਮ ਨੂੰ ਲੈ ਕੇ ਤੇ ਉਹਨੂੰ ਇਸਤੇਮਾਲ ਕਰਨਾ ਚਾਹੋਗੇ, ਇਹਦੇ ਬਾਰੇ ਕੀ ਤੁਸੀਂ ਕਹਿਣਾ ਚਾਹੋਗੇ? ਮਾਧਿਅਮ ਜਿਹੜਾ ਕਦੇ ਵੀ ਚੰਗਾ ਬਦਨਾਮ ਸੀ ਹਾਂ, ਮੈਂ ਬਦਨਾਮ ਸੀ, ਮਾੜਾ ਨਹੀਂ ਸੀਗਾ। ਮੈਂ ਉਹੀ ਕਹਿਣਾ ਹੈ ਨਾ, ਜਿਹੜਾ ਮਾਧਿਅਮ ਜਿਹੜਾ ਬਦਨਾਮ, ਤੁਸੀਂ ਕਿਹਾ ਸੀ ਮਾਧਿਅਮ ਨੂੰ ਬੇਸਿਕਲੀ ਤੁਸੀਂ ਤੇਰੀ ਨਾਲ ਇਨਸੀਨੂਏਟ ਕਰ ਰਹੇ ਹੋ ਕਿ ਜਿਹੜਾ ਬਦਨਾਮ ਮਾਧਿਅਮ ਨੂੰ ਤੁਸੀਂ ਲੈ ਕੇ ਯੂਜ਼ ਕਰ ਰਹੇ ਹੋ, ਤੁਸੀਂ ਉਹਨੂੰ ਚੰਗੇ ਕੰਮ ਲਈ ਉਹ ਕ੍ਰੀਏਟ ਕਰ ਰਹੇ ਹੋ, ਪਰਸੈਪਸ਼ਨ ਹੋ ਗਿਆ ਦਿਮਾਗ 'ਚ ਕਿ ਬੜੀ ਫਿਲਮ ਹੈ ਹੀ ਮਾੜੀ ਚੀਜ਼ ਹੈ ਨਾ। ਪਰ ਮਾਧਿਅਮ ਕਦੀ ਮਾੜਾ ਨਹੀਂ ਹੁੰਦਾ। ਮਾਧਿਅਮ ਨੇ ਯੂਜ਼ ਕਰਨਾ ਕਿਸ ਕੰਟੈਕਸਟ ਤੁਸੀਂ ਯੂਜ਼ ਕਰ ਰਹੇ ਹੋ, ਕਿੱਦਾਂ ਲੋਕਾਂ ਨੂੰ ਤੁਸੀਂ ਦਿਖਾ ਰਹੇ ਹੋ, ਉਹਦੇ ਵਿੱਚ ਤੁਸੀਂ ਬਣਾ ਰਹੇ ਹੋ, ਉਹਦੇ ਵਿੱਚ ਕੀ ਲੋਡ ਕਰ ਰਹੇ ਹੋ, ਉਹ ਚੰਗਾ ਮਾੜਾ ਹੁੰਦਾ ਹੈ ਨਾ। ਤੇ ਜੇ ਤੁਸੀਂ ਕੋਈ, ਜਿਸ ਤਰ੍ਹਾਂ ਹੁਣ ਤੁਸੀਂ ਇੱਕ ਪਾਸੇ ਆ ਸੋਚ ਲਓ ਕਿ ਇੱਕ ਪਾਸੇ ਤੁਸੀਂ ਮਤਲਬ ਗਾਣੇ ਲਾਤੇ ਪੁੱਠੇ ਸਿੱਧੇ ਵਾਲੇ, ਜਿਸ ਤਰ੍ਹਾਂ ਰੈਪ ਦੇ ਵਿੱਚ ਵਾਇਲੈਂਸ ਦੇ ਗਾਣੇ ਹੁੰਦੇ ਨੇ, ਸੈਕਸ ਉਹ ਭਰਿਆ ਹੁੰਦਾ, ਡਰੱਗਾਂ ਦੇ ਬਾਰੇ ਹੁੰਦਾ, ਦੂਜੇ ਪਾਸੇ ਤੁਸੀਂ ਕੀਰਤਨ ਲਾਤਾ, ਤੇ ਮਾਧਿਅਮ ਤੇ ਉਹੀ ਹੈਗਾ ਨਾ, ਮਾਧਿਅਮ ਤੇ ਮਿਊਜ਼ਿਕ ਹੈਗਾ। ਬਿਲਕੁਲ ਜਿਹੜਾ ਇੱਕ ਪਾਸੇ ਬੰਦਾ ਕੀਰਤਨ ਸੁਣ ਰਿਹਾ ਹੈ, ਦੂਜੇ ਪਾਸੇ ਸੁਣ ਰਿਹਾ, ਜਿਹੜੀ ਚੀਜ਼ ਸੁਣੇਗਾ ਉਹ ਉਸੇ ਪਾਸੇ ਤੁਰ ਪਏਗਾ। ਮੈਂ ਕਹਿ ਰਿਹਾ ਇਹਦਾ ਮਤਲਬ ਪਹਿਲੀ ਵਾਰੀ ਹੋਇਆ ਹੈ ਕਿ ਇਸ ਮਾਧਿਅਮ ਨੂੰ ਵੀ ਪ੍ਰਚਾਰ ਲਈ ਵਰਤਿਆ ਜਾਣ ਲੱਗ ਪਿਆ, ਇਸ ਤੋਂ ਪਹਿਲੇ ਨਹੀਂ ਸੀ ਵਰਤਿਆ। ਖਾਲੀ ਅਸੀਂ ਨਹੀਂ, ਹੋਰ ਵੀ ਬੜੇ ਬੰਦੇ ਯੂਜ਼ ਕਰਦੇ ਮਤਲਬ ਹੁਣੇ ਰੀਸੈਂਟ ਡਿਵੈਲਪਮੈਂਟ ਉਹੀ ਗੱਲ ਹੈ। ਜੇ ਤੁਸੀਂ ਫਿਲਮ ਦੇਖੋਗੇ, ਜਿਸ ਤਰ੍ਹਾਂ ਤੁਸੀਂ ਆਪ ਹੀ ਕਿਹਾ ਹੈਗਾ ਕਿ ਬਈ ਉਹ ਬੰਦਾ, ਮੈਂ ਕਹਿੰਦਾ ਮੈਂ ਫਿਲਮ ਦੇਖ ਕੇ ਡਾਕਾ ਕੀਤਾ ਜਾਂ ਇਦਾਂ ਦੀ ਪੁੱਠੀ ਸਿੱਧੀ ਹਰਕਤ ਕੀਤੀ, ਤੇ ਜੇ ਇਹ ਮਾਧਿਅਮ ਨਾਲ ਅਸੀਂ ਲੋਕਾਂ ਨੂੰ, ਜੇ ਅਸੀਂ ਬੇਸਿਕਲੀ ਇਹੀ ਕਨਸੈਪਟ ਤੇ ਉਹੀ ਹੈਗਾ ਨਾ ਜਿਹੜੀ ਤੁਸੀਂ ਗੱਲ ਕਹੀ ਹੈਗੀ ਕਿ ਇਹ ਮਾਧਿਅਮ ਇਹੋ ਜਿਹਾ ਜਿਹੜਾ ਬੰਦੇ ਦੇ ਦਿਮਾਗ ਤੇ ਛਾਪਾ ਪਾ ਦਿੰਦਾ, ਤੇ ਜੇ ਅਸੀਂ ਇਹੀ ਮਾਧਿਅਮ ਨੂੰ ਯੂਜ਼ ਕਰਕੇ ਇਹ ਤੇ ਲੋਕਾਂ ਦਾ ਦਿਮਾਗ ਚੇਂਜ ਕਰ ਸਕਦੇ ਹਾਂ, ਲੋਕਾਂ ਨੂੰ ਐਜੂਕੇਟ ਕਰ ਸਕਦੇ ਹਾਂ, ਵਾਈ ਨਾਟ ਡੂ ਇਟ। ਮੇਰੀ ਵਾਈਫ ਤੇ ਡਾਟਰ ਨੇ ਫਿਲਮ ਫੈਸਟੀਵਲ ਪਿਛਲੇ 4-5 ਸਾਲ ਤੋਂ ਜਾਣਾ ਸ਼ੁਰੂ ਕੀਤਾ, ਤੇ ਉਹ ਬੇਸਿਕਲੀ ਕਹਿੰਦੇ ਹੈਗੇ ਕਿ ਕਈ ਵਾਰੀ ਉਹ ਦੇਖ ਕੇ ਮੂਵੀਜ਼ ਆਉਂਦੇ ਹੈਗੇ ਨੇ ਜਿਹੜੀਆਂ ਉਹ ਦੇਖਦੇ ਨੇ, ਜਿਹੜੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪੰਜਾਬ ਦੀਆਂ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਨੇ ਉਹ ਦੇਖ ਕੇ ਉਹ ਹਾਈਲਾਈਟ ਕਰਦੇ ਨੇ, ਜਿਸ ਤਰ੍ਹਾਂ ਫੈਟੋਸਾਈਡ ਹੈ ਜਾਂ ਫਾਰਮਰ ਸੁਸਾਈਡਸ ਹੈਗੀਆਂ ਨੇ ਜਾਂ ਡਰੱਗਸ ਤੇ ਹੈਗੀਆਂ। ਸੋ ਦੇ ਕਮ ਬੈਕ ਹੋਮ ਵੈਰੀ ਡਿਸਟਰਬਡ ਬਿਕਾਜ਼ ਉਹ ਕਹਿੰਦੇ ਨੇ ਕਿ ਸਾਨੂੰ ਕੁਝ ਕਰਨਾ ਚਾਹੀਦਾ, ਅਸੀਂ ਕੁਝ ਕਰਦੇ ਕਿਉਂ ਨਹੀਂ ਇਸ ਬਾਰੇ। ਤੇ ਬੇਸਿਕਲੀ ਅਵੇਅਰਨੈਸ ਵੀ ਤੇ ਕ੍ਰੀਏਟ, ਜਾਗਰਤੀ ਜਿਹੜੀ ਹੈ ਕ੍ਰੀਏਟ ਕਰ ਰਿਹਾ ਲੋਕਾਂ ਦੇ ਦਿਮਾਗ ਦੇ ਵਿੱਚ, ਲੋਕਾਂ ਨੂੰ ਦੱਸ ਰਿਹਾ ਚੀਜ਼ ਕਿਸ ਤਰ੍ਹਾਂ ਉੱਥੇ ਕੀ ਹੋ ਰਿਹਾ। ਅਸੀਂ ਐਜ਼ ਅ ਟੂਲ ਨੂੰ ਲੈ ਕੇ ਤੁਸੀਂ ਉਸ ਟੂਲ ਨੂੰ ਇਸ ਕੰਮ ਲਈ, ਜਿਹੜੇ ਬੰਦੇ ਜਾ ਨਹੀਂ ਰਹੇ ਹੈਗੇ ਆ ਪੰਜਾਬ, ਜਿਹੜੇ 20-25 ਸਾਲ ਦੇ ਇੱਥੇ ਬੈਠੇ ਹੈਗੇ ਆ, ਤੇ ਉਹ ਸਮਝਦੇ ਸਾਡਾ ਰੰਗਲਾ ਪੰਜਾਬ ਤੇ ਹੈਗਾ, ਤੇ ਜਿਹੜੇ ਪੰਜਾਬ ਦੇ ਹੈਗੇ ਨੇ, ਜਿਹੜੇ ਉਹ ਤੇ ਪੁੱਛੋ ਹੀ ਨਾ ਤੁਸੀਂ, ਵਾਹ ਰੰਗ ਹੈਗੇ ਨੇ। ਇਹਦਾ ਮਤਲਬ ਬਿਲਕੁਲ ਉਦਾਂ ਹੀ ਹੋ ਗਿਆ ਜਿਵੇਂ ਪਹਿਲੇ ਪੰਜਾਬ ਦੇ ਵਿੱਚ ਜਾਂ ਕਲਚਰ ਦੇ ਵਿੱਚ ਮੌਸੀਕੀ ਨੂੰ, ਮਿਊਜ਼ਿਕ ਨੂੰ ਹਰਾਮ ਸਮਝਿਆ ਜਾਂਦਾ ਸੀ। ਸੋ ਗੁਰੂ ਸਾਹਿਬ ਨੇ ਉਸ ਨੂੰ ਉਹਦੇ ਡਾਇਮੈਂਸ਼ਨਸ ਆਯਾਮ ਕਰਕੇ, ਉਹਨਾਂ ਨੇ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਨੂੰ ਕਿਹਾ, ਭਾਈ ਮਰਦਾਨਾ ਤੂੰ ਰਬਾਬ ਬੜੀ ਸੋਹਣੀ ਵਜਾਨਾ ਹੈ, ਤੇ ਇਦਾਂ ਕਰੀਏ ਤੇਰੀ ਰਬਾਬ ਦੇ ਵਿੱਚ ਸ਼ਬਦ ਪਾ ਕੇ ਗਾਇਨ ਕਰੀਏ ਤਾਂ ਕਿ ਲੋਕਾਂ ਦਾ ਦੀਨ ਦੁਨੀ ਦੋਨੋਂ ਸਵਰ ਜਾਏ। ਸੋ ਤੁਸੀਂ ਵੀ ਇਹਦਾ ਮਤਲਬ ਉਸ ਮਾਧਿਅਮ ਨੂੰ
ਇੱਕ ਉਹਦੇ ਰੰਗ ਦੂਜੇ ਭਰਨਾ ਚਾਹੁੰਦੇ ਹੋ। ਜੇ ਤੁਸੀਂ ਸੋਚੋ ਤੇ ਹੁਣ ਜਿਹੜੇ ਬੰਦੇ ਫਿਲਮਾਂ ਦੇਖਦੇ ਹੈਗੇ ਆ, ਪੁਰਾਣੀ ਪਿਕਚਰ ਪੰਜਾਬ ਦੀ ਲੈ ਕੇ ਆਏ ਨੇ ਦਿਮਾਗ ਦੇ ਵਿੱਚ, ਜਾਂ ਇੰਡੀਆ ਦੀ ਲੈ ਕੇ ਆਏ ਨੇ 10-10 15-15 20 ਸਾਲ ਪਹਿਲੇ, ਜਿਹੜਾ ਉਹਨਾਂ ਦਿਮਾਗ 'ਚ ਉਹੀ ਪਿਕਚਰ ਬਣੀ ਹੈਗੀ ਹੈ, ਉਹ ਬੇਸਿਕਲੀ ਜੇ ਤੁਸੀਂ ਸੋਚਿਆ ਤੇ ਉਹ ਤੇ ਝੂਠੀ ਦੁਨੀਆ 'ਚ ਰਹਿ ਰਹੇ ਹੈਗੇ ਨੇ। ਠੀਕ ਹੈ, ਠੀਕ 15-20 ਸਾਲ ਦੀ ਝੂਠੀ ਦੁਨੀਆ 'ਚ ਉਹਨਾਂ ਨੂੰ ਅਸਲੀ ਉੱਥੇ ਕੀ ਹੋ ਰਿਹਾ ਹੈ ਠੀਕ ਹੈ, ਕਿਹਨੂੰ ਪਤਾ ਹੈਗਾ। ਠੀਕ ਮੈਨੂੰ ਆਈਡੀਆ ਨਹੀਂ ਸੀਗਾ। ਜਿਹੜੀਆਂ ਚੀਜ਼ਾਂ ਮੈਂ ਪਿਛਲੇ 3-4 ਸਾਲ ਤੋਂ ਮੈਂ ਵੀ ਉਸ ਚੀਜ਼ ਦਾ ਥੋੜਾ ਬਹੁਤ ਗਿਲਟੀ ਹੈਗਾ, ਤੇ ਪਿਛਲੇ 5-10 ਸਾਲ ਤੋਂ ਮੈਂ ਵੀ 10 ਸਾਲ ਪਹਿਲੇ ਪੰਜਾਬ ਨਹੀਂ ਗਿਆ ਸੀਗਾ। ਜੀ ਜੀ ਜੀ, ਤੇ ਠੀਕ ਹੈ। ਸੋ ਇੱਕ ਹੋਰ ਅਸੀਂ ਵਕਫਾ ਲਈਏ, ਇਹ ਵੀ ਜ਼ਰੂਰੀ ਹੈ, ਤੇ ਇਹਦੇ ਬਾਅਦ ਫਿਰ ਮੁੜ ਹਾਜ਼ਰ ਹੋਵਾਂਗੇ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸਾਡੇ ਨਾਲ ਗੱਲਬਾਤ ਕਰ ਰਹੇ ਹਨ 2014 ਇੰਟਰਨੈਸ਼ਨਲ ਸਿੱਖ ਫਿਲਮ ਫੈਸਟੀਵਲ ਦੇ ਬਾਰੇ, ਜਿਹੜਾ ਇੱਥੇ ਨਿਊਯਾਰਕ ਸ਼ਹਿਰ ਦੇ ਵਿੱਚ ਜਿਹਨੂੰ ਆਰਗੇਨਾਈਜ਼ ਕੀਤਾ ਗਿਆ, ਔਰ ਜਿਹਦੇ ਵਿੱਚ ਕਾਫੀ ਫਿਲਮਾਂ ਸਿੱਖ ਕਲਚਰ, ਸਿੱਖ ਵਿਰਸੇ, ਸਿੱਖ ਵਿਰਾਸਤ ਤੇ ਪੰਜਾਬ ਦੇ ਬਾਰੇ ਛੋਟੀਆਂ-ਛੋਟੀਆਂ ਫਿਲਮਾਂ ਹਨ, ਜਿਹੜੀਆਂ ਸ਼ਾਇਦ 7-8 ਮਿੰਟ ਤੋਂ ਲੈ ਕੇ 20-25 ਮਿੰਟ ਤੱਕ ਦੀ ਉਹਨਾਂ ਦੀ ਟੋਟਲ ਮਿਆਦ ਹੈ। ਉਹ ਫਿਲਮਾਂ ਪੰਜਾਬ ਦੇ ਹਾਲਾਤ ਦੇ ਉੱਤੇ, ਸਾਡੇ ਹਾਲਾਤ ਦੇ ਉੱਤੇ ਇੱਕ ਕੋਸ਼ਿਸ਼ ਹੈ, ਔਰ ਖਾਸ ਕਰਕੇ ਜਿਹੜੇ ਜਦੋਂ ਇੱਥੇ ਬੈਠ ਕੇ ਜਿਹੜਾ ਵਿਜ਼ਨ ਬਣਦਾ ਹੈ, ਜੋ ਦੂਰੀ ਤੋਂ ਪੰਜਾਬ ਦੇ ਨੂੰ ਮਹਿਸੂਸ ਕਰਦਾ ਹੈ, ਉਸ ਦਰਦ ਨੂੰ ਮਹਿਸੂਸ ਕਰਦਾ ਹੈ, ਉਸ ਜ਼ਲਾਲਤ ਨੂੰ ਮਹਿਸੂਸ ਕਰਦਾ ਹੈ, ਜਾਂ ਉਸ ਪ੍ਰੋਗਰੈਸ ਨੂੰ ਜਦੋਂ ਦੇਖਦਾ ਹੈ, ਕਿ ਅਸੀਂ ਫਿਰ ਉਹ ਸਮਝਣ ਦੀ ਕੋਸ਼ਿਸ਼ ਕਰਦਾ ਹੈ ਕਿ ਸਾਡੀ ਗਤੀ ਤਾਂ ਹੈ, ਪਰ ਗਤੀ ਅਸੀਂ ਪੋਜ਼ਿਟਿਵ ਹੈ ਜਾਂ ਨੈਗੇਟਿਵ ਹੈ, ਇਹ ਸੋਚਣ ਲਈ ਮਜਬੂਰ ਕਰ ਦਿੰਦਾ ਹੈ। ਇੱਕ ਚੀਜ਼ ਮੈਂ ਕਹਿ ਸਕਦਾ ਕਿ ਜਿੰਨੀਆਂ ਵੀ ਫਿਲਮਾਂ ਹਨ, ਉਹ ਦੋ ਉਹਨਾਂ ਦੇ ਸਾਹਮਣੇ ਉੱਭਰ ਕੇ ਗੱਲਾਂ ਸਾਹਮਣੇ ਆਉਂਦੀਆਂ, ਜਾਂ ਤਾਂ ਬੰਦੇ ਨੂੰ ਪ੍ਰਵੋਕ ਕਰਦੀਆਂ ਜਾਂ ਥਾਟ ਪ੍ਰਵੋਕਿੰਗ ਹਨ। ਇਹ ਦੋਨੋਂ ਹੀ ਬੜੀਆਂ ਪੋਜ਼ਿਟਿਵ ਚੀਜ਼ਾਂ ਹੁੰਦੀਆਂ, ਜਾਂ ਤੇ ਉਹ ਬੰਦੇ ਦੀ ਚੇਤਨਤਾ ਨੂੰ ਹਲੂਣਾ ਦੇਣ, ਤੇ ਜਾਂ ਫਿਰ ਘੱਟੋ ਘੱਟ ਉਸ ਨੂੰ ਸੋਚਣ ਲਈ ਮਜਬੂਰ ਕਰ ਦੇਣ, ਜਾਂ ਉਸ ਨੂੰ ਖੁੰਦਕ ਦਵਾ ਦੇਣ, ਜਿਹਦੇ ਵਿੱਚੋਂ ਫਿਰ ਕੁਦਰਤੀ ਤੌਰ ਦੇ ਉੱਤੇ ਇਤਿਹਾਸ ਦੀ ਸਿਰਜਣਾ ਹੁੰਦੀ ਹੈ। ਮਨਦੀਪ ਸਿੰਘ ਜੀ, ਤੁਸੀਂ ਇਹ ਦੱਸੋਗੇ, ਅਸੀਂ ਹੁਣ ਸਾਡੇ ਕੋਲ ਥੋੜਾ ਟਾਈਮ ਹੈ, ਪਰ ਇਹ ਜਿਹੜੀਆਂ ਫਿਲਮਾਂ ਤੁਸੀਂ ਲਈਆਂ, ਜਿਹੜੀਆਂ ਇਸ ਦੇ ਵਿੱਚ ਪਾਈਆਂ, ਸਭ ਤੋਂ ਪਹਿਲਾਂ ਤਾਂ ਤੁਹਾਡਾ ਇਹਦੇ ਵਿੱਚ ਕ੍ਰਾਈਟੇਰੀਆ ਕੀ ਹੁੰਦਾ ਲੈਣ ਦਾ? ਮਤਲਬ ਇੱਕ ਤਾਂ ਹੁੰਦਾ ਕਿ ਜਿਹੜਾ ਮਰਜ਼ੀ ਆ ਜਾਏ, ਜਿਹੜੀ ਮਰਜ਼ੀ ਬਣਾ ਕੇ ਦੇ ਦੇਵੇ, ਜਾਂ ਤੁਹਾਡੀ ਕੋਈ ਉਹਦੇ ਪਿੱਛੇ ਐਡੀਟੋਰੀਅਲ ਬੋਰਡ ਹੈ, ਸੋਚਣ ਵਾਲਾ ਹੈ ਕਿ ਤੁਸੀਂ ਕੀ ਨਿਸ਼ਾਨਾ ਦੇਣਾ ਚਾਹੁੰਦੇ ਹੋ? ਇਸ ਤਰ੍ਹਾਂ ਹੈਗਾ ਕਿ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਸਿੱਖੀ ਦੀ ਜਿਹੜੀ ਫਿਲਮ ਇੰਡਸਟਰੀ ਜਿਹੜੀ ਹੈਗੀ ਹੈ, ਜਿਹੜੀ ਇਸ ਟਾਈਪ ਦੀ ਜਿਹੜੀ ਡਾਕੂਮੈਂਟਰੀਜ਼ ਵਗੈਰਾ ਬਣਾਉਂਦੀਆਂ ਹੈਗੀਆਂ ਨੇ, ਜਾਂ ਸ਼ੋਕੇਸ ਕਰਦੀਆਂ ਨੇ, ਇੰਡਸਟਰੀਜ਼ ਇਨ ਵੈਰੀ ਇਨਫੈਂਸੀ, ਇਹ ਸ਼ੁਰੂ ਹੋ ਰਿਹਾ ਹੈ ਜੀ ਜੀ ਜੀ। ਤੇ ਪਹਿਲੀ ਗੱਲ ਤੇ ਸਾਡੇ ਕੋਲ ਵੈਸੇ ਮਤਲਬ ਫਿਲਮਾਂ ਬੜੀਆਂ ਘੱਟ ਬਣ ਰਹੀਆਂ ਹੈਗੀਆਂ ਨੇ, ਤੇ ਪਰ ਜਿਹੜੀਆਂ ਫਿਲਮਾਂ ਸਾਡੇ ਕੋਲ ਆਂਦੀਆਂ ਹੈਗੀਆਂ ਨੇ, ਤੇ ਅਸੀਂ ਉਹਨਾਂ ਨੂੰ ਦੇਖ ਕੇ ਦੇਖਦੇ ਵੀ ਪਹਿਲੇ ਕਿਸ ਟੌਪਿਕ ਤੇ ਅਸੀਂ ਫਿਲਮ ਦਿਖਾਈ ਹੈ, ਜਾਂ ਕੋਈ ਯੂਨੀਕ ਟੌਪਿਕ ਹੋਵੇ, ਜਾਂ ਕੋਈ ਐਸੀ ਨਵੀਂ ਚੀਜ਼ ਹੋਵੇ ਜਿਹੜੀ ਸਾਡੇ ਕੋਲ ਆਵੇ, ਤੇ ਵੀ ਲਾਈਕ ਟੂ ਸ਼ੋਕੇਸ ਦੈਟ ਮੋਰ। ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸਿੱਖ ਅਕੰਪਲਿਸ਼ਮੈਂਟ ਸ਼ੋ ਕਰੀਏ, ਸਿੱਖੀ ਦੇ ਅੱਜਕੱਲ ਜਿਹੜੀ we want to show Sikh accomplishments. We also want to show ਕਿ ਅੱਜ ਸਿੱਖੀ ਕਿਹੜੇ ਹਾਲਾਤਾਂ ਚੋਂ ਲੰਘ ਰਹੀ ਹੈਗੀ ਹੈ, ਜਾਂ ਸਾਡੇ ਮਤਲਬ ਅੱਗੇ ਫਾਰਵਰਡ ਥਿੰਕਿੰਗ ਕੀ ਚੀਜ਼ਾਂ ਹੈਗੀਆਂ ਨੇ, ਵਿਜ਼ਨ ਕੀ ਹੈਗੀ ਹੈ, ਸਾਡੇ ਪੁਰਾਣੇ ਬੰਦੇ ਕਿਹੜੇ ਜਿਹੜੇ ਅਮਰੀਕਾ ਦੇ ਵਿੱਚ ਕੀ ਹੋ ਰਿਹਾ ਹੈ, ਜਾਂ ਬਾਹਰ ਇੰਡੀਆ 'ਚ ਕੀ ਹੋ ਰਿਹਾ ਹੈ। ਇਨ ਦ ਪਾਸਟ ਅਸੀਂ ਫਿਲਮਾਂ ਦਿਖਾਈਆਂ ਹੈਗੀਆਂ ਨੇ, ਯੂਰਪ ਤੋਂ ਦਿਖਾਈਆਂ ਨੇ, ਆਸਟ੍ਰੇਲੀਆ ਤੋਂ ਦਿਖਾਈਆਂ ਹੈਗੀਆਂ ਨੇ, ਇੰਡੀਆ ਤੋਂ ਦਿਖਾਈਆਂ ਹੈਗੀਆਂ ਨੇ, ਕੈਨੇਡਾ ਤੋਂ ਦਿਖਾਈਆਂ ਨੇ, ਇੰਗਲੈਂਡ ਤੋਂ ਦਿਖਾਈਆਂ ਨੇ, ਤੇ ਇਸ ਕਰਕੇ ਹਰ ਪਾਸੇ ਜਿਹੜੀਆਂ ਫਿਲਮਾਂ ਦਿਖਾਈਆਂ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹੈਗੇ। ਐਤਕੀ ਕਿਹੜੀਆਂ ਫਿਲਮਾਂ ਆਈਆਂ? ਕੁਝ ਥੋੜਾ ਸਾਨੂੰ ਅਗਰ ਅੱਧੇ ਮਿੰਟ ਦੇ ਵਿੱਚ ਤੁਸੀਂ ਸਾਨੂੰ ਉਹਨਾਂ ਬਾਰੇ ਦੱਸ ਸਕੋ ਤੇ। ਐਤਕੀ ਅਸੀਂ ਬੇਸਿਕਲੀ ਮਤਲਬ ਦੁਬਾਰਾ 8-9 ਫਿਲਮਾਂ ਜਿਹੜੀਆਂ ਹੈਗੀਆਂ ਦਿਖਾ ਰਹੇ ਹੈਗੇ ਆ। ਸਾਡਾ ਵੀ ਫੀਚਰ ਜਿਹੜਾ ਹੈਗਾ ਇਸ ਸਾਲ ਜਿਹੜਾ ਹੋਏਗਾ ਸਾਡਾ ਪ੍ਰੀਮੀਅਰ ਨਾਈਟ ਇਜ਼ ਅ ਫਿਲਮ ਕਾਲਡ ਦਲੀਪ ਸਿੰਘ ਸੌਂਦ। ਅੱਛਾ ਨਾ ਹੁਣ ਜੇ ਤੁਸੀਂ ਸੋਚੋ, ਤੁਸੀਂ ਆਲਰੇਡੀ ਤੁਸੀਂ ਗੱਲ ਕੀਤੀ ਕਿ ਅਸੀਂ ਸਿੱਖ we've done a poor job of educating people. ਅਸੀਂ not only we've done a poor job of educating people, we have also done a poor job of educating ourselves. ਐਂਡ ਸਾਡੀ ਜਿਹੜੀ ਅਗਲੀ ਆਉਣ ਵਾਲੀ ਪਨੀਰੀ ਹੈਗੀ ਹੈ, ਜਾਂ ਜਿਹੜੇ ਹੁਣ ਪਨੀਰੀ ਲੰਘ ਰਹੀ ਹੈਗੀ ਹੈ,
ਉਹਨੂੰ ਵੀ ਐਜੂਕੇਟ ਬੜਾ ਮਾੜਾ ਕੰਮ ਕੀਤਾ। ਨਹੀਂ, ਤੁਸੀਂ ਇਸ ਫਿਲਮ ਦੇ ਵਿੱਚ, ਮੈਂ ਬਿਲਕੁਲ ਇਸ ਦੇ ਹਵਾਲੇ ਨਾ ਕਰਾਂ, ਇਹਦੇ ਵਿੱਚ ਤੁਸੀਂ ਕੀ ਦਿਖਾਇਆ ਹੈ? ਉਹਨਾਂ ਨੂੰ ਕੀ ਦਿਖਾਣਾ ਚਾਹੁੰਦੇ ਹੋ? ਅਸੀਂ ਦਿਖਾਣਾ ਚਾਹੁੰਦੇ ਹੈਗੇ ਆ ਲੋਕਾਂ ਨੂੰ ਕਿ ਬਈ who was ਦਲੀਪ ਸਿੰਘ ਸੌਂਦ, you know, ਹਾਂਜੀ। what was his life, what was his legacy, ਕਿ first Indian, ਹਾਂਜੀ। not only first Indian who was a congressman, and ਜਿਹਨੇ American Congress ਦੇ ਵਿੱਚ 3 terms as American congressman he represented, ਜੀ, ਜੀ, ਜੀ। from 1957 to 1963। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਕਿੰਨੇ ਬੰਦਿਆਂ ਨੂੰ, ਕਿੰਨੇ ਸਿੱਖ ਕੌਮ ਦੇ ਬੰਦਿਆਂ ਨੂੰ ਜਾਂ ਕਿੰਨੇ ਅਮਰੀਕਨਸ ਨੂੰ ਦਲੀਪ ਸਿੰਘ ਸੌਂਦ ਦੇ ਬਾਰੇ ਪਤਾ ਹੈ? ਜੀ। This is a man who was born in 1899, ਜੀ, ਜੀ, ਹੈ ਨਾ, in ਅੰਮ੍ਰਿਤਸਰ, ਤੇ 1920 ਦੇ ਵਿੱਚ ਉਹ ਅਮਰੀਕਾ ਚ ਆਇਆ, ਯੂਨੀਵਰਸਿਟੀ ਆਫ ਕੈਲੀਫੋਰਨੀਆ ਚ ਪੜਿਆ ਹੈ, and then he started working, you know, so ਉਸ ਤੋਂ ਬਾਅਦ he worked as a you know, he got his MA, he got his PhD degree, and he worked in a fertilizer company in Westmoreland, California. Then he became involved with you know, he became a elected judge in California. Then ਉਹਨੇ ਡੈਮੋਕ੍ਰੈਟਿਕ ਜਿਹੜੀ ਆਪਣੀ ਤੁਹਾਡੀ ਜਿਹੜੀ ਹੈਗੀ ਹੈ democratic convention ਹੁੰਦੀ ਹੈ, he became a delegate, and this you're talking, all of this stuff happened before 1960, ਹੈ ਨਾ? ਅੱਜ ਅਸੀਂ ਇੱਕ ਸਿੱਖ ਜਿਹੜਾ ਹੈਗਾ represent ਨਹੀਂ ਕਰ ਸਕਦੇ ਹੈਗੇ, ਹੈ ਨਾ? ਤੇ this is before 1960 on his own will, ਆਪਣੀ ਅਣਖ ਤੇ ਅਗਲਾ ਬੰਦਾ ਉਹਨੇ ਜਾ ਕੇ ਸਟੈਂਡ ਲਿੱਤਾ ਤੇ ਜਾ ਕੇ ਲੜਾਈਆਂ ਲੜ ਕੇ, and he became a congressman in US Congress in 1957. We have, this is such a huge legacy. ਇਸ ਤੋਂ ਇਲਾਵਾ ਹੋਰ ਇੰਨੀ ਵੱਡੀ accomplishment ਹੈ, ਪਰ ਉਸ ਤੋਂ ਵੱਡੀ ਗੱਲ ਮੈਂ ਤੁਹਾਨੂੰ ਦੱਸਦਾ ਜੀ। the person ਜਿਹੜੇ ਬੰਦੇ ਨੇ ਮੂਵੀ ਬਣਾਈ ਹੈ, she's actually a Chinese woman, Samantha Cheng। ਕਿਸੇ ਸਿੱਖ ਬੰਦੇ ਨੇ ਅੱਗੇ ਵੱਧ ਕੇ ਇਸ ਬੰਦੇ ਦੇ ਮੂਵੀ ਨਹੀਂ ਬਣਾਈ। ਜੀ 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 ਜੀ। ਤੁਸੀਂ ਮੈਨੂੰ ਕਹਿੰਦੇ ਹੋ ਕਿ ਅਸੀਂ ਸਿੱਖ, you know, ਅਸੀਂ ਸਾਡਿਆਂ ਵਾਸਤੇ, ਸਾਡੇ ਸਿੱਖਾਂ ਵਾਸਤੇ ਇਸ ਤੋਂ ਮਾੜੀ ਗੱਲ ਕੀ ਹੈ ਜਾਂ ਸ਼ਰਮਨਾਕ ਗੱਲ ਕਿਹੜੀ ਹੈਗੀ ਹੈ ਕਿ ਸਾਡਾ ਕੰਮ ਇੱਕ ਏਸ਼ੀਅਨ ਅਮਰੀਕਨ, a lady who's Chinese by you know, orientation, she is doing the job that we should be doing, you know, so that's the movie that we are highlighting or showcasing about Daleep Singh Sond। ਉਸ ਤੋਂ ਬਾਅਦ ਜਿਹੜੀ ਹੈਗੀ ਨੇ ਫਿਲਮਸ ਹੈਗੇ ਨੇ, ਰੱਬ ਦਾ ਵਾਸਤਾ ਹੈਗੀ ਹੈ ਇੱਕ ਫਿਲਮ ਜਿਹੜੀ ਹੈਗੀ ਹੈ, you know, ਜਿਸ you know, ਕਿ ਇੱਕ ਬੰਦਾ ਜਿਹੜਾ ਬਾਰਬਰ ਸ਼ਾਪ ਜਾ ਕੇ ਤੇ ਸ਼ੇਵ ਕਰਨਾ ਚਾਹੁੰਦਾ ਹੈਗਾ, ਉਹਦੇ ਇਸ small 11 mil film, ਇੱਕ you know 1984 ਅਗੇਨ। ਹੁਣ ਇੱਕ ਤੁਸੀਂ ਪੁੱਛਿਆ ਮੇਰੇ ਕੋਲ ਪਹਿਲੇ ਮੈਂ ਉਹ ਬਾਅਦ ਹੀ ਪੁੱਛਾਂਗਾ, ਫਿਰ ਪੁੱਛਾਂਗਾ ਤੁਸੀਂ ਫਿਲਮਾਂ ਬਾਰੇ ਦੱਸੋ ਕੀ ਹੈਗਾ। ਤੇ 1984 ਤੁਹਾਨੂੰ ਪਤਾ ਹਰ ਸਾਲ ਅਸੀਂ ਕੋਈ ਨਾ ਕੋਈ ਜਿਹੜੀ ਹੈ ਫਿਲਮ 1984 ਨਹੀਂ, ਐਤਕੀ ਤੇ ਉਹਦਾ 30 ਸਾਲ ਹੈ। ਹਾਂਜੀ, ਐਤਕੀ 1984 ਦਾ ਦਰਬਾਰ ਸਾਹਿਬ ਤੇ ਘੱਲੂਘਾਰੇ ਦਾ, ਔਰ ਇਸ ਦਾ 30ਵਾਂ ਸਾਲ ਹੈ। ਹਾਂਜੀ, ਤੇ ਅਸੀਂ 2 ਫਿਲਮਾਂ, ਇੱਕ ਤੇ ਮੈਸੇਜ ਫਰਮ ਸਤਵੰਤ ਕੌਰ ਹੈਗੀ ਹੈ ਫਿਲਮ ਜਿਹੜੀ also is based on backdrop of 1984। ਦੂਜੀ ਫਿਲਮ ਹੈਗੀ ਕੁਸ਼। ਤੇ ਕੁਸ਼ ਜਿਹੜੀ ਫਿਲਮ ਹੈਗੀ ਹੈ ਇੱਕ ਛੋਟੇ ਜਿਹੇ ਬੱਚੇ ਦੀ ਹੈਗੀ ਹੈ, ਜਿਹੜਾ ਬੱਚੇ ਜਿਹੜੇ ਸਕੂਲ ਟ੍ਰਿਪ, ਇੱਕ ਬੱਸ ਸਕੂਲ ਟ੍ਰਿਪ ਜਿਹੜਾ ਜਾਂਦਾ ਹੈਗਾ, ਤੇ ਜਿਸ ਵੇਲੇ ਸਕੂਲ ਟ੍ਰਿਪ ਵਾਪਸ ਆ ਰਿਹਾ ਉਸ ਵੇਲੇ ਦਿੱਲੀ ਦਾ 84 ਦੇ ਵਿੱਚ ਦੰਗਾ ਫਸਾਦ ਸ਼ੁਰੂ ਹੋ ਜਾਂਦਾ ਹੈ, ਤੇ ਇੱਕ ਉਹ ਬੱਸ ਦੇ ਵਿੱਚ ਸਿਰਫ ਇੱਕ 10 ਸਾਲ ਦਾ ਸਿੱਖ ਬੱਚਾ ਹੁੰਦਾ ਹੈ ਖੁਸ਼। ਉਹ ਟੀਚਰ ਕੀ ਕਰਦਾ ਹੈ, ਉਹ ਬੱਚੇ ਨੂੰ ਬਚਾਉਣ ਵਾਸਤੇ ਮਾਵ ਦੇ ਵਿੱਚੋਂ ਜਿਹੜੇ ਸਿੱਖ ਲੱਭ ਕੇ ਤੇ ਸਿੱਖਾਂ ਦਾ ਕਤਲੇਆਮ ਹੋ ਰਿਹਾ ਸੀਗਾ। ਸੋ ਇਟਸ ਅ ਸਟੋਰੀ ਅਬਾਊਟ ਅ ਸੈਕਰੀਫਾਈਸ, ਔਰ ਇਹ ਰੀਅਲ ਸਟੋਰੀ ਹੈ, ਰੀਅਲ ਸਟੋਰੀ ਹੈ। ਹਾਂਜੀ, ਸੋ ਉਹ ਜਿਹੜੀ ਹੈਗੀ ਹੈ, ਫਿਰ ਕੁਸ਼ ਦਾ ਮਤਲਬ ਹੁੰਦਾ ਹੈ ਜਿਹੜੀ ਦੂਬ ਘਾਹ ਦੀ ਜਿਹੜੀ ਨਵੀਂ ਉੱਗੀ ਉਹਨੂੰ ਕਹਿੰਦੇ, ਬਿਲਕੁਲ ਜਿਹੜੀ ਜਰਮੀਨੇਟ ਕੀਤੀ ਹੈਗੀ ਉਹਨੂੰ ਕਹਿੰਦੇ ਜੀ। ਹਾਂਜੀ, ਸੋ ਛੋਟਾ ਜਿਹਾ ਬੱਚਾ ਜਿਹੜਾ ਕੀ ਚੀਜ਼ਾਂ ਦੇਖ ਰਿਹਾ ਹੈਗਾ, ਹੈ ਨਾ। ਸੋ ਫਿਰ ਇੱਕ ਆਲਸੋ ਇੱਕ ਕੀ ਕਹਿੰਦੇ ਨੇ, ਇੱਕ ਫਿਲਮ ਹੈਗੀ ਕਿਰਪਾ, ਤੇ ਉਹ ਫਿਲਮ ਜਿਹੜੀ 23 ਸਾਲ ਦੀ ਕੁੜੀ ਜਿਹੜੀ ਸਟਰਗਲ ਕਰ ਰਹੀ ਹੈ, she's trying to balance between two worlds। so you know, not only ਅਸੀਂ ਜਿਹੜਾ ਉੱਥੇ ਦਾ ਸ਼ੋਅ ਕਰ ਰਹੇ ਹੈਗੇ ਆ, ਵੀ ਆਰ ਆਲਸੋ ਸ਼ੋਇੰਗ ਕਿ ਇੱਥੇ ਦੇ ਜਿਹੜੇ ਬੱਚੇ ਨੇ ਉਹਨਾਂ ਦਾ ਕੀ ਸਟਰਗਲ ਹੈਗਾ, ਕੀ ਦੇਖ ਕਰ ਰਹੇ ਹੈਗੇ ਨੇ, ਉਹਨਾਂ ਨੂੰ ਕੀ ਯੂ نو ਲਾਈਫ ਦੇ ਵਿੱਚ ਚੈਲੰਜਸ ਆਉਂਦੇ ਹੈਗੇ ਨੇ। ਬਿਕੋਜ਼ ਅਸੀਂ ਐਕਸਪੈਕਟ ਕਰਦੇ ਹਾਂ ਕਿ ਜਿਹੜੇ ਬੱਚੇ ਇੱਥੇ ਜੰਮੇ ਹੈਗੇ ਨੇ ਉਹ ਇੰਡੀਅਨ ਬੱਚਿਆਂ ਨੂੰ ਬੀਬੇ ਬਣ ਕੇ ਤੇ ਚੁੱਪ ਕਰਕੇ ਸਾਡੀ ਸਾਰੀ ਗੱਲਾਂ ਸੁਣੀ ਜਾਣ, ਤੇ ਜਿੱਥੇ ਜਿਹੜਾ ਟੀਵੀ ਤੇ ਫਿਲਮ ਜਿਨ੍ਹਾਂ ਦਾ ਪੇਰੈਂਟ ਹੈਗਾ ਤੇ ਉਹਨਾਂ ਦੀ ਜਿਹੜੀ ਪੈਰੈਂਟਿੰਗ ਡਿਫਰੈਂਟ ਤਰੀਕੇ ਦੀ ਹੋ ਰਹੀ ਹੈ, ਕਲੈਸ਼ ਆਫ ਸਿਵਲਾਈਜੇਸ਼ਨ, ਕਲੈਸ਼ ਆਫ ਕਲਚਰਸ। ਹਾਂਜੀ ਹਾਂਜੀ ਹਾਂਜੀ, ਕਲੈਸ਼ ਆਫ ਕਲਚਰਸ, ਜਿਹੜੇ ਸੇ ਗੂੜ ਆਪਣੇ ਬੰਦੇ ਹੈਗੇ ਆ, ਜਿਹੜੇ ਆਪਣੇ ਇੰਡੀਅਨ ਕਲਚਰ ਦੇ ਵਿੱਚ ਜਿਹੜੇ ਐਂਟਰੈਂਸਡ ਹੈਗੇ ਆ, ਅਸੀਂ ਉਹ ਸਮਝਣਾ ਨਹੀਂ ਚਾਹੁੰਦੇ ਹੈਗੇ। ਠੀਕ ਹੈ, ਇੱਕ ਵਕਫਾ ਫਿਰ ਲੈਣਾ ਪੈਣਾ। ਠੀਕ, ਥੈਂਕ ਯੂ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਅੱਜ ਦੇ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਅੱਜ ਮੇਰੇ ਨਾਲ
ਸਿੱਖ ਫਿਲਮ ਫੈਸਟੀਵਲ ਦੇ ਕਾਰਕੁਨ ਸਾਹਿਬ ਮਨਦੀਪ ਸਿੰਘ ਸੋਪਤੀ ਹਨ, ਜਿਹੜੇ ਇਹ ਜਿਹੜਾ ਮੇਲਾ ਕੀਤਾ ਜਾ ਰਿਹਾ ਹੈ ਫਿਲਮਾਂ ਦੇ ਬਾਰੇ, ਫਿਲਮੀ ਮਾਧਿਅਮ ਦੇ ਰਾਹੀਂ ਜੋ ਇਹ ਕਲੈਸ਼ ਆਫ ਸਿਵਲਾਈਜੇਸ਼ਨ ਜਿਹੜੀ ਪੁਰਾਣੀ ਨਸਲ ਔਰ ਨਵੀਂ ਨਸਲ ਦੇ ਵਿਚਕਾਰ ਜੋ ਹੈ ਉਸ ਨੂੰ ਤਾਲਮੇਲ ਕਰਨ ਦੇ ਲਈ ਇਹਨਾਂ ਦਾ ਕਹਿਣਾ ਹੈ ਕਿ ਉਸ ਦੇ ਲਈ ਮੈਨੂੰ ਗੱਲ ਯਾਦ ਆਉਂਦੀ ਹੈ ਅਕਬਰ ਅਲਾਹਾਬਾਦੀ ਦੀ। ਉਹ ਕਹਿੰਦਾ ਨई तहजीब से हुए इस कदर महजब कि कटी उम्र होटलों में मरे अस्पताल जाकर। या वो कहता है हम ऐसी किताबें काबिल ज़ब्ती समझते हैं कि जिनको पढ़ के बच्चे बाप को खबती समझते हैं। सो ये जनरेशन गैप ਤਾਂ ਹੋਏਗਾ ਇਹਦੇ ਵਿੱਚ ਤਾਂ ਹੈਗਾ, ਪਰ ਇਹ ਜਿਹੜੀਆਂ ਤੁਸੀਂ ਕਰ ਰਹੇ ਹੋ ਫਿਲਮਾਂ ਇਹਦੇ 'ਚ ਇਹ ਦੱਸੀਆਂ, ਪਰ ਇੱਕ ਚੀਜ਼ ਮੈਂ ਦੇਖ ਰਿਹਾ ਜਿਹੜੀਆਂ ਤੁਹਾਡੀ ਜਿੰਨੀ ਲਿਸਟ ਦੇਖ ਰਿਹਾ ਥੋੜਾ ਜਿਹਾ ਪੜ੍ਹਿਆ ਹੈਗਾ, ਇੱਕ ਤੁਹਾਡੀ ਇਸ ਫੈਸਟੀਵਲ ਤੋਂ ਬਾਅਦ ਨਿਕਲ ਕੇ ਬਾਹਰ ਆਏਗਾ ਉਹਦੇ ਅੰਦਰ ਡਿਪਰੈਸ਼ਨ, ਢਹਿੰਦੀ ਕਲਾ ਔਰ ਇਸ ਤਰ੍ਹਾਂ ਮਹਿਸੂਸ ਕਰੇਗਾ ਆਪਣੀ, ਕੁਝ ਨੂੰ ਲੱਗੇਗਾ ਕਿ ਮੈਨੂੰ ਸਿੱਖ ਹੋਣ ਦਾ ਮਾਣ ਕੀ ਹੈ। ਪੁਰਾਣੇ ਟਾਈਮ ਦੇ ਵਿੱਚ ਜਦੋਂ ਮਤਲਬ ਉਹਨਾਂ ਨੂੰ ਮੈਂ ਇੱਕ ਹਵਾਲਾ ਦੇ ਦਿਆਂ, ਭਾਈ ਤਾਰੂ ਸਿੰਘ ਨੂੰ ਕਿਹਾ ਸੀ ਤੁਹਾਡਾ ਹਾਲ ਕੀ ਹੈ, ਤੁਹਾਡੀ ਚੰਗੇ ਚੰਗੇ ਸਰਦਾਰਾਂ ਦਾ ਹਾਲ ਹੈ, ਫਿੱਡਾ ਜੈਸਾ ਟੱਟੂਆ ਜੁਲੜੂ ਕਾ ਕਾਠੂ ਪਾਏ, ਰਸੜੂ ਲਗਾੜੂ ਤੇ ਰਸੜੂ ਰਕਾਬਜੂ, ਪਾਟਿਆ ਸਾ ਕਛੜੂ ਤੇ ਨੀਲੜੋ ਸਾ ਤੇਗੜੂ, ਗੱਟ ਸੱਟ ਗਾਤਰ ਬਣਾਇਆ ਸਭ ਸਾਜੂ, ਨਾਮ ਤੋਂ ਅਕਾਲੜੂ ਸੋ ਫਿਰੇ ਬੁਰੇ ਹਾਲੜੂ, ਪੇ ਲੂਟ ਕੂਟ ਖਾਵਣੇ ਕੋ ਡਾਢੇ ਉਸਤਾਦ ਜੂ। ਤੇ ਉਹਨਾਂ ਨੇ ਜਵਾਬ ਦਿੱਤਾ ਸੀ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਝੁਲੇਗਾ ਸੀਸ ਪੇ ਖੂਬ ਕਰੇਗੀ ਮੌਜ। ਯਾਨੀ ਇੱਕ ਚੜ੍ਹਦੀ ਕਲਾ। ਇਹ ਕੀ ਕਾਰਨ ਹੈ ਤੁਸੀਂ ਜਿੰਨੇ ਵੀ ਆਪਣੇ ਥੀਮ ਲਏ ਹੈ ਤੇ ਉਹ ਡਿਪਰੈਸਡ ਕਰ ਦਿੰਦੇ ਆ, ਚੜ੍ਹਦੀ ਕਲਾ ਵੱਲ ਨਹੀਂ ਲੈ ਜਾਂਦੇ, ਇਹ ਤੁਸੀਂ ਕਮੀ ਮਹਿਸੂਸ ਕਰਦੇ ਹੋ ਜਾਂ ਸਟ੍ਰੈਟਜੀ ਹੈ ਤੁਹਾਡੀ? ਆਈ ਥਿੰਕ ਇਹ ਕਮੀ ਹੈਗੀ, ਬਹੁਤ ਭਾਰੀ ਕਮੀ ਹੈਗੀ ਹੈ। ਬੜੀ ਵੱਡੀ ਗੱਲ ਹੈ ਤੁਸੀਂ ਕਰਨ ਜੀ। ਇਹ ਤੇ ਮਤਲਬ ਜੇ ਬੰਦਾ ਨਾ ਐਡਮਿਟ ਕਰੇ ਤੇ ਫਿਰ ਅਸੀਂ ਆਪਣਾ ਕੰਮ ਨਹੀਂ ਕਰ ਰਹੇ, ਆਪਣੀ ਡਿਊਟੀ ਨਹੀਂ ਕਰ ਰਹੇ ਹੈਗੇ। ਇਹਦਾ ਮਤਲਬ ਹੈ ਕਿ ਇੱਥੇ ਚੇਂਜ ਹੋਣਾ ਚਾਹੀਦਾ। देयर हैज टू बी अ चेंज। और ਗੱਲ ਹੈਗੀ ਹੈ ਕਿ as a Sikhs we have a lot to celebrate। ਯੈਸ। ਐਂਡ ਅਸੀਂ ਆਪਣੀ ਤਰਫੋਂ ਕੋਸ਼ਿਸ਼ ਕਰਦੇ ਹੈਗੇ ਆ। ਅਸੀਂ ਜਿਸ ਤਰ੍ਹਾਂ ਦ ਫਲਾਈਂਗ ਸਿਕਸ ਬਣਾਈ ਸੀਗੀ, ਜਾਂ 2 ਸਾਲ ਪਹਿਲੇ ਅਸੀਂ ਮੂਵੀ ਦਿਖਾਈ ਸੀ ਹੋਲੇ ਮੱਲੇ ਤੇ, ਬੜੀ ਵਧੀਆ ਚੰਗੀ ਫਿਲਮ ਸੀ ਔਰ ਪੂਰਾ ਸ਼ੋਅ ਕਰਦਾ ਹੋਲੇ ਮੱਲੇ ਦੀ ਸੈਲੀਬ੍ਰੇਸ਼ਨ ਤੇ। ਜਾਂ ਜਿਸ ਤਰ੍ਹਾਂ ਵਿਕਾਸ ਖੰਨਾ ਨੇ ਫਿਲਮ ਬਣਾਈ ਸੀ ਲੰਗਰ, ਤੇ ਲੰਗਰ ਤੇ ਖੈਰ ਬੜੀਆਂ ਫਿਲਮਾਂ ਬਣੀਆਂ ਹੈਗੀਆਂ ਨੇ, ਹਰਮੰਦਰ ਸਾਹਿਬ ਤੇ ਵੀ ਬੜੀਆਂ ਬੜੀਆਂ ਹੈਗੀਆਂ ਨੇ। ਪਰ ਯੈਸ ਵੀ ਹੈਵ ਟੂ ਡੂ ਮੋਰ ਵਰਕ, ਸਾਨੂੰ ਹੋਰ ਕੰਮ ਕਰਨਾ ਪਏਗਾ ਇਸ ਟੌਪਿਕ ਤੇ। ਪਰ ਐਟ ਦ ਸੇਮ ਟਾਈਮ ਐਸ ਸਿਕਸ ਸਾਨੂੰ ਚੈਲੰਜਸ ਵੀ ਬੜੇ ਹੈਗੇ ਨੇ। ਠੀਕ ਹੈ। ਬਿਕੋਜ਼ ਅਸੀਂ ਪੱਗ ਪਾਉਂਦੇ ਆ, ਅਸੀਂ ਸਾਡੇ ਕੇਸ ਸਾਬਤ ਸੂਰਤ ਹੋਣਾ ਤੇ ਬੜਾ ਇਟਸ ਅ ਵੈਰੀ ਟਫ ਜੌਬ। ਅਸੀਂ ਨਹੀਂ ਸਮਝਦੇ ਹੈਗੇ ਕਿ ਜਿਹਦੇ ਬੰਦੇ ਨੇ ਚੋਇਸ ਕਰ ਲਿੱਤੀ ਉਹਨੇ ਤੇ ਸਵੇਰੇ ਉੱਠ ਕੇ ਤੇ ਜਿਸ ਵੇਲੇ ਉਹਨੇ ਆਪਣੀ ਕੇਸਕੀ ਪਾਣੀ ਹੈ ਤੇ ਮਤਲਬ ਬੇਸਿਕਲੀ ਉਹ ਤਿਆਰ ਹੈ ਜੰਗ ਵਾਸਤੇ, ਹੈਨਾ। ਬਟ ਰੋਜ਼ ਤੁਸੀਂ ਘਰੋਂ ਬਾਹਰ ਨਿਕਲਦੇ ਹੈਗੇ, ਔਰ ਖਾਲੀ ਇੱਥੇ ਦੀ ਗੱਲ ਨਹੀਂ ਹੈਗੀ, ਇਹ ਇੰਡੀਆ ਵੀ ਚੱਲਦਾ ਹੈਗਾ, ਤੁਹਾਨੂੰ ਪਤਾ ਹੈਗਾ। ਐਂਡ ਉਹੀ ਗੱਲ ਹੈਗੀ ਕਿ ਮਤਲਬ ਠੋਕਾ ਖਾ ਖਾ ਕੇ ਜਿਹੜਾ ਮਤਲਬ ਸਿੱਖ ਜਿਹੜਾ ਫੌਲਾਦ ਬਣਦਾ ਹੈਗਾ, ਹੈਨਾ। ਤੇ ਇਹ ਤੇ ਸਾਡੇ ਵਾਸਤੇ ਸਟਰਗਲ ਹੈਗੀ ਹੈ। ਤੇ ਜਿਹੜੇ ਕਾਫੀ ਬੰਦਿਆਂ ਨੇ ਜਿਹੜੀ ਫਿਲਮਾਂ ਬਣਦੀਆਂ ਹੈਗੀਆਂ ਨੇ ਇਟਸ ਅਬਾਊਟ ਦੈਟ ਸਟਰਗਲ ਐਜ਼ ਵੈਲ। ਬਟ ਦ ਗੁੱਡ ਥਿੰਗ ਇਜ਼ ਕਿ ਫਿਲਮਾਂ ਜਿਹੜੀਆਂ ਨੇ ਕੋਈ ਇਹੋ ਜਿਹੀ ਚੀਜ਼ਾਂ ਵੀ ਸ਼ੋ ਕਰਦੀਆਂ ਨੇ ਜਿਹੜੀ ਸਾਰੀ ਜਿਹੜੀ ਕਲਚਰਲ ਕਲੈਸ਼ ਹੈਗੀ ਹੈ, ਜਿਹੜੇ ਸਾਰੇ ਜਿਹੜੇ ਫੇਸ ਕਰਦੇ ਹੈਗੇ ਨੇ। ਜਿਸ ਤਰ੍ਹਾਂ ਇੱਕ ਫਿਲਮ ਹੈਗੀ ਹੈ ਜਿਹੜੀ ਵਨ ਡੇ ਵਿਚ ਇਜ਼ ਅਬਾਊਟ ਸਾਊਥ ਏਸ਼ੀਅਨ ਐਲਡਰਲੀ ਮੈਨ। ਜਿਸ ਤਰ੍ਹਾਂ ਸਾਡੇ ਬਜ਼ੁਰਗ ਹੁੰਦੇ ਨੇ ਤੇ ਹੁਣ ਘਰ ਤੁਸੀਂ ਛੱਡ ਜਾਂਦੇ ਹੈਗੇ, ਉਹ ਬੰਦੇ ਸਾਰੇ ਕੰਮ ਤੇ ਚਲ ਜਾਂਦੇ ਨੇ, ਬੱਚੇ ਜਿਹੜੇ ਹੈਗੇ ਨੇ ਉਹ ਆਪਣੇ ਸਕੂਲ ਚਲੇ ਜਾਂਦੇ ਹੈਗੇ ਨੇ, ਤੇ ਬਜ਼ੁਰਗਾਂ ਨੂੰ ਤੇ ਆਦਤ ਪਈ ਹੈਗੀ ਕਿ ਕੋਈ ਨਾ ਕੋਈ ਕੰਪਨੀ ਚੱਲਦੀ ਰਹੇ, ਕੋਈ ਪਾਣੀ ਦੇਣ ਵਾਲਾ ਹੋਵੇ, ਕੋਈ ਚਾਹ ਦੇਣ ਵਾਲਾ ਹੋਵੇ। ਤੇ ਕਿਸ ਤਰ੍ਹਾਂ ਮਤਲਬ ਕਿਸੇ ਬਜ਼ੁਰਗ ਨੂੰ ਨਰਸਿੰਗ ਹੋਮ 'ਚ ਪਾਇਆ ਜਾਂਦਾ ਹੈਗਾ ਤੇ ਉਹਨਾਂ ਵਾਸਤੇ ਕਿੰਨਾ ਵੱਡਾ ਐਡਜਸਟਮੈਂਟ ਹੈਗਾ, ਕਿਉਂਕਿ ਸਾਡੀ ਜਿਹੜੀ ਅਪਬ੍ਰਿੰਗਿੰਗ ਇਸ ਤਰ੍ਹਾਂ ਹੈਗੀ ਹੈ ਕਿ ਅਸੀਂ ਸੋਚਦੇ ਹਾਂ ਕਿ ਅਸੀਂ ਬੱਚਿਆਂ ਦੀ ਹੁਣ ਟੇਕ ਕੇਅਰ ਕਰਾਂਗੇ ਤੇ ਜਦੋਂ ਅਸੀਂ ਬੁੱਢੇ ਹੋਵਾਂਗੇ ਸਾਡੇ ਬੱਚੇ ਸਾਨੂੰ ਸੰਭਾਲਣਗੇ। ਸੋ ਮਤਲਬ ਇਹ ਹੋ ਗਿਆ ਕਿ ਜਿਵੇਂ 1947 ਦੇ ਵਿੱਚ ਸੀਗਾ, ਜੇ ਉੱਥੋਂ ਆਏ ਛੱਡ ਕੇ ਆਏ ਸੀ, ਸਿਰਫ ਇੱਕ ਸੀ ਕਿ ਸਾਡਾ ਸਰੂਪ, ਸਾਡੀ ਸਿੱਖੀ ਸਾਡੀ ਕਾਇਮ ਰਹਿ ਜਾਏ। ਔਰ ਅੱਜ ਵੀ ਜਿਹੜੀ ਸਟਰਗਲ ਇੱਥੇ ਹੋ ਰਹੀ ਹੈ ਇਹੀ ਚੀਜ਼ ਹੈ ਕਿ ਅਸੀਂ ਦੀਦਾਰੀ ਖਾਲਸੇ ਦੇ ਤੌਰ ਤੇ ਜਿਹੜਾ ਗੁਰੂ ਸਾਹਿਬ ਦਾ ਸਰੂਪ ਹੈ ਇਹ ਉਹਨਾਂ ਦੀ ਬਖਸ਼ਿਸ਼ ਹੈ ਰਵੇ। ਨਹੀਂ ਤਾਂ ਫਿਰ ਜਿਵੇਂ ਉਹਨੇ ਅਕਬਰ ਨੇ ਕਿਹਾ ਸੀ कि ना रोज़ा है ना ज़कात है ना हज है, तो फिर इस पर क्या कोई अगर कोई जज है फिर की करना है, जो कोई बड़ा बन गया जो मर्जी बन गया। पर फिर भी जिहड़ी सांझी वालता साडे अंदर जिहड़ी गुरु साहब ने दित्ती, जिहड़ी हरमंदर साहब दी जिहड़ी एक अहले मज़ाहब दी जिहड़ी नींह रखाई गुरु साहब ने, ਉਹ ਕਮਾਲ ਦੀ ਹੈ ਜਿਹੜੀ ਸਾਈਂ ਮੀਆਂ ਮੀਰ ਜੀ। ਔਰ ਜਿਹੜੇ ਤੁਹਾਡੇ ਇਸ ਫੈਸਟੀਵਲ ਜਿਹੜੇ ਸਭ ਤੋਂ ਮੇਰਾ ਖਿਆਲ ਹੈ ਸਤਿਕਾਰਯੋਗ ਹਸਤੀ ਜਿਹੜੀ ਸ਼ਖਸੀਅਤ ਆ ਰਹੀ ਹੈ ਉਹ ਫਕੀਰ ਐਜਾਜ਼ੁਦੀਨ, ਹਾਂਜੀ, ਜਿਹੜੇ ਲਾਹੌਰ ਤੋਂ। ਤੇ ਥੋੜਾ ਜਿਹਾ ਫਕੀਰ ਸਾਹਿਬ ਬਾਰੇ ਦੱਸੋਗੇ? ਦੇਖੋ ਜੀ ਇਸ ਤਰ੍ਹਾਂ ਹੈ ਕਿ ਫਕੀਰ ਐਜਾਜ਼ੁਦੀਨ ਇਜ਼ OBE
ਜੀ, ਹੈ ਨਾ ਐਂਡ ਉਹਨਾਂ ਦੀ ਖਾਲੀ ਉਹ ਨਹੀਂ, ਉਹਨਾਂ ਦੀ ਪੁਸ਼ਤਾਂ ਜਿਹੜੀਆਂ ਨੇ ਗੁਰੂ ਘਰ ਦੀਆਂ ਸੇਵਾ ਕਰ ਰਹੀਆਂ ਨੇ, ਜੀ, ਤੁਸੀਂ ਪੜਿਆ ਹੈਗਾ ਜੀ। ਐਂਡ ਸਿੱਖੀ ਦੇ ਬਾਰੇ ਮੇਰੇ ਖਿਆਲ ਬਹੁਤ ਘੱਟ ਇਹੋ ਜਿਹੇ ਬੰਦੇ ਹੋਣਗੇ ਜਿਨ੍ਹਾਂ ਨੂੰ ਇੰਨੀ ਨੌਲੇਜ ਸਿੱਖੀ ਦੇ ਬਾਰੇ ਹੈਗੀ ਜਿੰਨੀ ਜਿਹੜੀ ਫਕੀਰ ਸਾਹਿਬ ਨੂੰ ਹੈਗੀ। ਜੀ ਜੀ ਜੀ। ਪਰ ਸਾਡੇ ਬੰਦਿਆਂ ਨੂੰ ਨਹੀਂ ਪਤਾ ਕਿ ਫਕੀਰ ਸਾਹਿਬ ਕੌਣ ਹੈਗੇ ਨੇ, ਪਰ ਜਿਹੜੇ ਬੰਦਿਆਂ ਨੂੰ ਪਤਾ ਹੈਗਾ, ਕੋਈ ਦੁਨੀਆ ਦੀ ਮੇਰੇ ਖਿਆਲ ਇੰਸਟੀਟਿਊਸ਼ਨ ਹੀ ਜਿੱਥੇ ਉਹਨਾਂ ਨੂੰ ਆਨਰ ਨਾ ਕੀਤਾ ਗਿਆ ਹੋਵੇ। ਬਿਲਕੁਲ ਠੀਕ ਹੈ ਨਾ। ਸਿੱਖੀ ਦੇ ਬਾਰੇ ਜਿਹੜੀ ਉਹਨਾਂ ਨੇ ਡੈਪਥ ਦੇ ਵਿੱਚ ਜਿੰਨਾ ਉਹਨਾਂ ਨੂੰ ਨੌਲੇਜ ਹੈਗਾ, ਮੇਰੇ ਖਿਆਲ ਕੋਈ ਘੱਟ ਤੁਸੀਂ ਉਂਗਲਾਂ ਦੇ ਪੋਟਿਆਂ ਦੇ ਗਿਣ ਸਕਦੇ ਹੋ ਕਿੰਨੇ ਬੰਦੇ ਹੈਗੇ ਨੇ। ਹੁਣ ਜਿਹੜੇ ਉਹ ਐਤਕੀ ਆ ਰਹੇ ਨੇ, ਹੀ ਇਜ਼ ਗੋਇੰਗ ਟੂ ਗਿਵ ਅ ਲੈਕਚਰ ਔਨ ਕੋਰਟ ਆਫ ਲਾਹੌਰ। ਹਾਂਜੀ, ਹੈ ਨਾ। ਹੁਣ ਕੋਰਟ ਆਫ ਲਾਹੌਰ ਕਿਹੜਾ ਦੁਨੀਆ ਦਾ ਰਾਜੇ ਮਹਾਰਾਜੇ ਦਾ ਕੋਰਟ ਸੀ ਜਿਹੜਾ ਕੋਰਟ ਆਫ ਲਾਹੌਰ ਦੇ ਸਾਹਮਣੇ ਖੜਾ ਹੋ ਸਕਦਾ ਸੀ ਉਸ ਟਾਈਮ ਦੇ ਵਿੱਚ? ਇਹ ਤੁਹਾਨੂੰ ਪਤਾ ਹੈ ਦੁਨੀਆ ਦੇ ਸਭ ਤੋਂ ਵੱਡੇ ਰਾਜੇ ਮਹਾਰਾਜੇ ਉੱਥੇ ਜਿਹੜੇ ਸਲਾਮ ਕਰਨ ਆਉਂਦੇ ਸੀ, ਹੈ ਨਾ, ਉੱਥੇ ਰਿਸਪੈਕਟ ਦੇਣ ਆਉਂਦੇ ਸੀਗੇ। ਪਰ ਜੇ ਸਾਨੂੰ ਉਸ ਬਾਰੇ ਦੇ ਚੀਜ਼ ਦੇ ਬਾਰੇ ਨੌਲੇਜ ਨਹੀਂ ਹੈਗੀ ਹੈ, ਤੇ ਜਿਹੜੇ ਸਾਡੇ ਅੱਗੇ ਪਨੀਰੀ ਨੂੰ ਨੌਲੇਜ ਨਹੀਂ ਹੈਗੀ ਹੈ, ਜਿਹੜੇ ਸਾਡੇ ਆਸ-ਪਾਸ ਬੰਦੇ ਨੂੰ ਨੌਲੇਜ ਨਹੀਂ, ਅਸੀਂ ਕਿਸ ਗੱਲ ਦਾ ਫਖਰ ਕਰ ਸਕਦੇ ਹੈਗੇ? ਜਿਹੜਾ ਤੁਸੀਂ ਮੈਨੂੰ ਅੱਗੇ ਗੱਲ ਕੀਤੀ ਕਿ ਬਈ ਅੱਜ ਤੋਂ 100 ਸਾਲ ਪਹਿਲੇ ਸਿੱਖਾਂ ਦੇ ਬਾਰੇ ਲੋਕਾਂ ਨੂੰ ਜ਼ਿਆਦਾ ਨੌਲੇਜ ਸੀਗੀ। ਬਿਲਕੁਲ ਸੀਗੀ, ਬਿਲਕੁਲ, ਔਰ ਅੱਜ ਘੱਟ ਹੈ। ਬਿਲਕੁਲ ਤੇ ਉਹ ਸਾਡਾ ਕਸੂਰ ਹੈ ਕਿ ਸਾਨੂੰ ਆਪਣੀ ਹਿਸਟਰੀ ਦਾ ਨਹੀਂ ਪਤਾ ਹੈਗਾ। ਬਿਲਕੁਲ ਬਿਲਕੁਲ, ਸਾਡਾ ਮੈਂ ਜਿਹੜੇ ਖੁਦ ਬੰਦੇ ਨੂੰ ਦੋਸ਼ੀ ਹਾਂ, ਆਪਣੀ ਕੋਈ ਹਿਸਟਰੀ ਦੂਜਾ ਦਾ ਨਹੀਂ ਪਤਾ, if you don't know your past, your history, you will never know where you're going. ਤੁਹਾਨੂੰ ਆਪਣੇ ਫਿਊਚਰ ਦਾ ਕਦੇ ਨਹੀਂ ਪਤਾ ਲੱਗ ਸਕਦਾ। ਬਿਲਕੁਲ, ਮੈਂ ਵੀ ਤੁਹਾਡੇ ਨਾਲ ਸ਼ੇਅਰ ਕਰਾਂ, ਆਪਣੇ ਦਰਸ਼ਕਾਂ ਨਾਲ ਵੀ। ਫਕੀਰ ਅਜ਼ੀਜ਼ੁਦੀਨ ਇਜਾਜ਼ੁਦੀਨ ਸਾਹਿਬ, ਇਹਨਾਂ ਦੇ ਬਜ਼ੁਰਗ ਫਕੀਰ ਅਜ਼ੀਜ਼ੁਦੀਨ ਤੇ ਉਹਨਾਂ ਦੇ ਭਰਾ, ਇਹ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਸਭ ਤੋਂ ਵਿਸ਼ਵਾਸ ਪਾਤਰ ਉਹਨਾਂ ਦੇ ਵਜ਼ੀਰ ਸਨ, ਔਰ ਜਿਨ੍ਹਾਂ ਦੇ ਉਹਨਾਂ ਨੇ ਅੱਜ ਵੀ ਆਪਣੇ ਘਰ ਨੂੰ, ਲਾਹੌਰ ਦੇ ਵਿੱਚ ਜਿਹੜਾ ਉਹਨਾਂ ਦਾ ਘਰ ਹੈ, ਉਸ ਨੂੰ ਉਹਨਾਂ ਨੇ ਫਕੀਰਖਾਨਾ ਨਾਂ ਲਿਖ ਕੇ, ਇਹ ਬਹੁਤ ਅੱਛੇ ਰੱਬੀ ਭਗਤੀ ਵਾਲੇ ਫਕੀਰ ਸਨ, ਉਹਨਾਂ ਨੇ ਘਰ ਨੂੰ ਫਕੀਰਖਾਨਾ ਬਣਾਇਆ ਔਰ ਉਸ ਨੂੰ ਇੱਕ ਮਿਊਜ਼ੀਅਮ ਵਿੱਚ ਤਬਦੀਲ ਕਰ ਦਿੱਤਾ। ਜਿਹੜੀ ਕਮਾਲ ਦੀ ਇੱਕ ਵਾਕਿਆ ਦੱਸਿਆ ਸੀਗਾ ਘੋੜੇ ਵਾਲਾ, ਜਰਾ ਮੈਂ ਚਾਹਾਂਗਾ ਤੁਸੀਂ ਉਹ ਜਰਾ। ਸੋ ਉਹ ਫਕੀਰ ਸਾਹਿਬ ਦੇ ਬਾਰੇ, ਉਹਨਾਂ ਦੀ ਡਿਪਲੋਮੈਸੀ, ਉਹਨਾਂ ਦੀ ਸਿਆਣਪ, ਉਹਨਾਂ ਦੀ ਕਮਾਲ ਦੀ ਹੈ। ਮਹਾਰਾਜਾ ਸ਼ੇਰ ਸਿੰਘ, ਉਹਨਾਂ ਦੇ ਆਪਣੇ ਪਿਤਾ ਮਹਾਰਾਜਾ ਰਣਜੀਤ ਸਿੰਘ ਦਾ ਘੋੜਾ ਬਗੈਰ ਇਜਾਜ਼ਤ ਦੇ ਲੈ ਕੇ ਚਲੇ ਗਏ। ਮਹਾਰਾਜਾ ਸਾਹਿਬ ਨੂੰ ਬੜਾ ਗੁੱਸਾ ਚੜਿਆ, ਉਹਨਾਂ ਨੇ ਹੁਕਮ ਕੀਤਾ ਫਕੀਰ ਸਾਹਿਬ ਨੂੰ ਕਿ ਤੁਸੀਂ ਆ ਕੇ ਤੇ ਇਹਨਾਂ ਨੂੰ, ਸ਼ਹਿਜ਼ਾਦੇ ਨੂੰ ਤੁਸੀਂ ਡਾਂਟਣਾ, ਔਰ ਦਰਬਾਰ ਸਪੈਸ਼ਲ ਲਗਾਇਆ। ਹੁਣ ਬੜੀ ਅਸਮੰਜਸ ਵਾਲੀ ਹਾਲਤ ਹੈ, ਕੱਲ ਨੂੰ ਇਹਨੇ ਮਹਾਰਾਜਾ ਬਣਨਾ ਤੇ ਮੈਂ ਇਹਨੂੰ ਡਾਂਟਾਂ, ਪਰ ਉਹਨਾਂ ਨੇ ਆਪਣਾ ਫਰਜ਼ ਪੂਰਾ ਕੀਤਾ। ਉਹ ਖੜੇ ਹੋਏ ਔਰ ਉਹਨਾਂ ਨੇ ਡਾਂਟਣਾ ਸ਼ੁਰੂ ਕੀਤਾ, ਤੂੰ ਬਦਤਮੀਜ਼ ਹੈ, ਤੂੰ ਬੇਵਕੂਫ ਹੈ, ਤੈਨੂੰ ਅਕਲ ਨਹੀਂ, ਤੂੰ ਕੀ ਸਮਝਿਆ ਸੀ, ਤੂੰ ਆਪਣੇ ਪਿਓ ਦਾ ਕੋੜਾ ਸਮਝ ਕੇ ਲੈ ਗਿਆ ਸੀ। ਸੋ ਮਹਾਰਾਜਾ ਸਾਹਿਬ ਵੀ ਹੱਸ ਪਏ, ਕਹਿਣ ਲੱਗੇ। ਸੋ ਇਹ ਸਾਡੇ ਲਈ ਬੜੀ ਇੱਕ ਮਾਣ ਵਾਲੀ ਗੱਲ ਹੈ। ਫਕੀਰ ਇਜਾਜ਼ੁਦੀਨ ਉਸ ਖਾਨਦਾਨ ਚੋਂ ਆ ਰਹੇ ਹਨ ਜਿਨ੍ਹਾਂ ਨੇ ਆਪਣੇ ਘਰ ਨੂੰ ਹੀ ਮਿਊਜ਼ੀਅਮ ਬਣਾ ਦਿੱਤਾ, ਔਰ ਉਹ ਕਮਰੇ ਅਜੇ ਵੀ ਉਹਨਾਂ ਨੇ ਰੱਖੇ ਹਨ, ਔਰ ਕਹਿੰਦੇ ਹਨ ਕਿ ਇੱਥੇ ਮਹਾਰਾਜਾ ਸਾਹਿਬ ਬੈਠਦੇ ਸੀ, ਇੱਥੇ ਮਹਾਰਾਜਾ ਸਾਹਿਬ ਆਉਂਦੇ ਸੀਗੇ। ਉਹ ਵਾਕਈ ਇੱਕ ਸਾਡੇ ਲਈ ਇੱਕ ਵਿਰਸਾ ਜਿਹੜਾ ਸਾਂਭਿਆ, ਉਹਨਾਂ ਦਾ ਇੱਥੇ ਆ ਕੇ ਸਵਾਗਤ ਕਰਨਾ, ਲਿਆਣਾ, ਇਹ ਮੇਰਾ ਖਿਆਲ ਹੈ ਇਹਦੇ ਲਈ ਮੈਂ ਤੁਹਾਨੂੰ ਖਾਸ ਵਧਾਈ ਦੇ ਸਕਦਾ। ਬਾਕੀ ਤੁਹਾਡੀਆਂ ਫਿਲਮਾਂ ਦੇਖ ਕੇ ਬਾਅਦ ਲੋਕ ਹੀ ਦੱਸਣਗੇ। ਤੁਸੀਂ ਮੇਰੇ ਖਿਆਲ ਸੱਦਾ ਦੇ ਸਕਦੇ ਹੋ, ਕਦੋਂ ਹੈਗਾ ਉਹਦੇ ਬਾਰੇ ਬਰੀਫਲੀ ਦੱਸ ਦਿਓ। ਜਿਹੜਾ ਹੈਗਾ ਫਰਾਈਡੇ ਜਿਹੜਾ ਹੈਗਾ ਰਾਤੀ, ਉਹ ਪ੍ਰੀਮੀਅਰ ਨਾਈਟ ਹੈਗੀ ਹੈ, ਜਿੱਥੇ 2 ਤਰੀਕ ਨੂੰ, ਜਿੱਥੇ ਫਕੀਰ ਸਾਹਿਬ ਦੇ ਕੀਨੋਟ ਸਪੀਕਰ ਹੈਗੇ ਨੇ ਤੇ ਸਾਡੇ ਆਨਰੀ ਹੈਗੇ ਨੇ। ਉਸ ਤੋਂ ਬਾਅਦ ਅਸੀਂ ਫਿਲਮ ਦਿਖਾਵਾਂਗੇ ਦਲੀਪ ਸਿੰਘ ਸੌਂਧ ਹੋਰਾਂ ਦੀ। ਤੇ ਐਤਕੀ ਜਿਹੜਾ ਅਸੀਂ ਪ੍ਰੋਗਰਾਮ ਹੈਗਾ, ਉਹ ਜਿਹੜਾ ਹੋਣਾ ਹੈਗਾ, ਉਹ ਹੈਗਾ ਮਗਰਾਹ ਸੈਂਟਰ ਤੇ, ਮਗਰਾਹ ਹੈਲਥ ਸੈਂਟਰ ਜਿਹੜਾ ਹੈਗਾ। ਤੁਸੀਂ ਸਿੱਖ ਆਰਟਸ ਦੀ ਵੈਬਸਾਈਟ ਤੇ ਜਾ ਕੇ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ। ਤੇ ਅਗਲੇ ਦਿਨ ਜਿਹੜਾ ਹੈ, ਅਸੀਂ ਪਾਰਟਨਰਸ਼ਿਪ ਕੀਤੀ ਹੈ ਨਿਊਯਾਰਕ ਯੂਨੀਵਰਸਿਟੀ ਦੇ ਨਾਲ, ਤੇ ਉਹਨਾਂ ਦੇ ਸਕਰਬਾਲ ਜਿਹੜੇ ਸੈਂਟਰ ਦੇ ਵਿੱਚ ਫਿਲਮ ਸ਼ੁਰੂ ਹੋਣਗੀਆਂ 1 ਵਜੇ ਤੋਂ ਲੈ ਕੇ ਤੇ ਰਾਤੀ 7:30 ਵਜੇ ਤੱਕ। ਤੇ ਤੁਸੀਂ ਟਿਕਟਾਂ ਜਿਹੜੀਆਂ ਨੇ NYU ਸਕਰਬਾਲ ਸੈਂਟਰ ਤੇ ਲੈ ਸਕਦੇ ਹੋ, ਜਾਂ ਸਿੱਖ ਆਰਟਸ ਵੈਬਸਾਈਟ ਤੇ ਜਾ ਕੇ ਤੇ ਆਪਣੀ ਟਿਕਟ ਤੁਸੀਂ ਖਰੀਦ ਸਕਦੇ ਹੋ। ਤੇ ਜਿਹੜਾ ਹੈਗਾ, ਤੁਸੀਂ ਆਪਣੇ, ਸਾਡੀ ਤਰਫੋਂ ਪੂਰੀ ਕੋਸ਼ਿਸ਼ ਹੈ ਕਿ ਤੁਸੀਂ ਆਪਣੀ ਪੂਰੀ ਫੈਮਿਲੀ ਨੂੰ, ਆਪਣੇ ਫਰੈਂਡਸ ਨੂੰ ਨਾਲ ਲੈ ਕੇ ਆਓ। ਤੇ ਸਟੂਡੈਂਟਸ ਜਿਹੜੇ ਨੇ ਟਿਕਟਾਂ ਲੈਣਾ ਚਾਹੁੰਦੇ ਨੇ, ਉਹਨਾਂ ਨੂੰ ਸਪੈਸ਼ਲ ਡਿਸਕਾਊਂਟ ਹੈਗਾ। ਤੇ ਜਿਹੜੇ NYU ਦੇ ਸਟੂਡੈਂਟਸ ਨੇ, ਉਹਨਾਂ ਨੂੰ ਫ੍ਰੀ ਟਿਕਟਸ ਮਿਲਣਗੀਆਂ। ਤੇ ਤੁਸੀਂ ਪਲੀਜ਼ ਜਾ ਕੇ ਵੈਬਸਾਈਟ ਤੇ ਆਪਣੀਆਂ ਟਿਕਟਾਂ ਲਓ। ਤੇ ਵੀ ਲੁੱਕ ਫਾਰਵਰਡ ਟੂ ਸੀਇੰਗ ਯੂ ਦੇਅਰ, ਐਂਡ ਵੀ ਆਰ ਵੈਰੀ ਪ੍ਰਾਊਡ ਦੈਟ ਯੂ ਆਲ ਵਿਲ ਬੀ ਜੁਆਇਨਿੰਗ ਅਸ, ਐਂਡ ਵੀ ਆਰ ਵੈਰੀ ਹੈਪੀ ਟੂ ਹੈਵ ਦਿਸ ਫੈਸਟੀਵਲ ਇਨ ਨਿਊਯਾਰਕ ਅਗੇਨ। ਸੋ ਮੈਂ ਆਪਣੇ ਦਰਸ਼ਕਾਂ ਨੂੰ ਕਹਾਂ, ਤੁਸੀਂ ਜੇ ਇਸ ਦੇ ਬਾਰੇ ਫਰਦਰ ਜਾਣਕਾਰੀ ਕੋਈ ਚਾਹੁੰਦੇ ਹੋ, lamba@getpunjabi.tv ਤੇ ਤੁਸੀਂ ਸਾਨੂੰ ਈਮੇਲ ਕਰੋ, ਅਸੀਂ ਤੁਹਾਨੂੰ ਸਾਰੀ ਜਾਣਕਾਰੀ ਭਿਜਵਾ ਦੇਵਾਂਗੇ। ਬਹੁਤ ਬਹੁਤ ਮਨਜੀਤ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸ਼ਾਮਲ ਹੋਣ ਲਈ ਔਰ ਸਾਰੀ ਜਾਣਕਾਰੀ ਦੇਣ ਲਈ। ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।